ਸੋ ਜੋ ਮਾਇਆ ਦਾ ਕੰਸੈਪਟ ਸਾਨੂੰ ਬਾਣੀ ਦੇ ਵਿੱਚੋਂ ਮਿਲਦਾ ਹੈ, ਸਤਿਗੁਰਾਂ ਨੇ ਵਾਰ-ਵਾਰ ਮਾਇਆ ਦੇ ਸੰਬੰਧ ਵਿੱਚ ਸਾਨੂੰ ਬੜੀ ਜਾਣਕਾਰੀ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ। ਜੀ ਤੇ ਇਹ ਸਵਾਲ ਕੁਦਰਤੀ ਪੈਦਾ ਹੋ ਜਾਂਦਾ ਹੈ ਕਿ ਜਿਸ ਮਾਇਆ ਦਾ ਵਾਰ-ਵਾਰ ਸਤਿਗੁਰੂ ਜੀ ਜ਼ਿਕਰ ਕਰਦੇ ਪਏ ਨੇ, ਅਸਲ 'ਚ ਹੈ ਕੀ ਚੀਜ਼ ਹੈ? ਜਿਸ ਮਾਇਆ ਤੋਂ ਬਚਣ ਵਾਸਤੇ ਸਤਿਗੁਰੂ ਜੀ ਸਾਨੂੰ ਕਹਿੰਦੇ ਨੇ ਕਿ ਤੂੰ ਖਿਆਲ ਰੱਖਣਾ ਹੈ ਕਿ ਇਹਦੇ ਜਾਲ 'ਚ ਨਹੀਂ ਫਸਣਾ। ਇਹ ਹੈ ਕੀ ਚੀਜ਼ ਜਿਸ ਤੋਂ ਸਾਨੂੰ ਸਤਿਗੁਰੂ ਜੀ ਬਚਾਉਣਾ ਚਾਹੁੰਦੇ ਨੇ? ਜੀ ਪਰ ਜੇਕਰ ਇਸ ਮਾਇਆ ਦੀ ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਬੜਾ ਪਿਆਰਾ। ਸਰਬੱਤ ਸੰਗਤ ਜਿਹੜੀ ਹੈ ਉਹ ਰੋਜ਼ਾਨਾ ਹੀ ਨਿਤਨੇਮ ਟਾਈਮ ਅੰਮ੍ਰਿਤ ਵੇਲੇ ਆਨੰਦ ਸਾਹਿਬ ਦਾ ਪਾਠ ਕਰਦੀ ਹੈ। ਆਨੰਦ ਸਾਹਿਬ ਦੇ ਵਿੱਚੋਂ ਬੜਾ ਪਿਆਰਾ ਸਤਿਗੁਰਾਂ ਦਾ ਬਚਨ ਹੈ। ਸਾਹਿਬ ਜੀ ਕਹਿੰਦੇ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਜੀ ਮਾਇਆ ਕੀ ਹੈ? ਇਹ ਡੈਫੀਨੇਸ਼ਨ ਹੈ, ਬੜੀ ਈਜ਼ੀ ਤੇ ਸੌਖੀ ਸਮਝ ਆ ਜਾਣ ਵਾਲੀ ਇਹ ਡੈਫੀਨੇਸ਼ਨ ਹੈ ਮਾਇਆ ਦੀ, ਕਿ ਅਸਲ 'ਚ ਮਾਇਆ ਉਹ ਹੈ ਜਿਸ ਦੇ ਕਰਕੇ ਇਨਸਾਨ ਨੂੰ ਪਰਮਾਤਮਾ ਭੁੱਲ ਜਾਂਦਾ ਹੈ। ਪਰ ਵੈਸੇ ਸਾਡੇ ਦਿਮਾਗ ਦੇ ਵਿੱਚ, ਸਾਡੇ ਜ਼ਿਹਨ ਦੇ ਵਿੱਚ ਇਹ ਮਾਇਆ ਦਾ ਰੂਪ ਜਿਹੜਾ ਨਾ ਉਹ ਇਸ ਤਰੀਕੇ ਦਾ ਹੈ ਕਿ ਸ਼ਾਇਦ ਗੁਰੂ ਸਾਹਿਬ ਨੇ ਪੈਸੇ ਨੂੰ, ਧਨ ਦੌਲਤ ਨੂੰ ਹੀ ਮਾਇਆ ਕਿਹਾ ਹੈ। ਜੀ ਪਰ ਇੱਥੇ ਇਕੱਲੇ ਧਨ ਦੌਲਤ ਜਾਂ ਪੈਸੇ ਦੀ ਗੱਲ ਨਹੀਂ ਹੈ, ਉਹ ਵੀ ਇੱਕ ਮਾਇਆ ਦਾ ਹੀ ਹਿੱਸਾ ਹੈ। ਪਰ ਅਸਲ 'ਚ ਹਰ ਇੱਕ ਉਹ ਚੀਜ਼, ਹਰ ਇੱਕ ਉਹ ਵਸਤੂ ਜਿਸ ਦੇ ਮੋਹ ਦੇ ਵਿੱਚ ਫਸ ਕੇ ਇਨਸਾਨ ਨੂੰ ਰੱਬ ਭੁੱਲ ਜਾਂਦਾ ਹੈ, ਉਹ ਮਾਇਆ ਹੈ। ਉਹ ਕੁਝ ਵੀ ਹੋ ਸਕਦਾ ਹੈ, ਉਹ ਪੈਸਾ ਵੀ ਹੋ ਸਕਦੀ ਹੈ, ਉਹ ਪੈਸਾ ਵੀ ਹੋ ਸਕਦਾ ਹੈ, ਉਹ ਧਨ ਦੌਲਤ ਵੀ ਹੋ ਸਕਦੀ ਹੈ, ਉਹ ਜ਼ਮੀਨ ਜਾਇਦਾਦ ਵੀ ਹੋ ਸਕਦੀ ਹੈ, ਉਹ ਧੀਆਂ ਪੁੱਤਰ, ਭੈਣ ਭਰਾ, ਸੱਜਣ ਮਿੱਤਰ, ਕੁਝ ਵੀ ਹੋ ਸਕਦਾ ਹੈ ਜਿਹੜਾ ਵੀ ਸਾਨੂੰ ਇਸ ਸੰਸਾਰ ਦੇ ਵਿੱਚ ਪ੍ਰਾਪਤ ਹੋਇਆ। ਜੀ ਇੱਥੇ ਨਾ ਮੌਲਾਨਾ ਰੂਮੀ ਜੀ ਦਾ ਇੱਕ ਬਚਨ ਮੈਨੂੰ ਯਾਦ ਆਇਆ। ਉਹਨਾਂ ਨੂੰ ਵੀ ਸਵਾਲ ਕਿਸੇ ਨੇ ਕੀਤਾ ਸੀ। ਸਵਾਲ ਇਸ ਤਰ੍ਹਾਂ ਦਾ ਸੀ, ਕਹਿੰਦੇ ਰੂਮੀ ਜੀ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਦੱਸੋ ਕਿ ਜ਼ਹਿਰ ਅਸਲ 'ਚ ਹੈ ਕੀ? ਜ਼ਹਿਰ ਕਿਸ ਨੂੰ ਕਹਿੰਦੇ ਨੇ? ਵਾਟ ਇਜ਼ ਪੋਇਜ਼ਨ? ਜ਼ਹਿਰ ਕੀ ਹੈ? ਜੀ ਤੇ ਉਹਨਾਂ ਨੇ ਜਵਾਬ ਬੜਾ ਪਿਆਰਾ ਦਿੱਤਾ। ਵੈਸੇ ਉਹ ਥੋੜਾ ਜਿਹਾ ਜੇਕਰ ਆਪਾਂ ਨੂੰ ਇਸ ਮਾਇਆ ਦੇ ਕਨਸੈਪਟ ਨਾਲ ਰਿਲੇਟ ਕਰ ਲਈਏ ਤੇ ਸੌਖਾ ਹੋ ਜਾਏਗਾ ਸਮਝਣਾ ਹੋਰ ਵੀ। ਜੀ ਉਹਨਾਂ ਜਵਾਬ ਦਿੱਤਾ, ਕਹਿੰਦੇ ਜ਼ਰੂਰਤ ਤੋਂ ਵੱਧ ਕੇ ਜੋ ਕੁਝ ਵੀ ਸਾਡੇ ਕੋਲ ਹੈ, ਪ੍ਰਾਪਤ ਹੋਇਆ ਹੈ, ਜੇਕਰ ਉਹਦੇ ਵਿੱਚ ਅਸੀਂ ਫਸ ਚੁੱਕੇ ਹਾਂ ਤੇ ਉਹ ਸਾਡੇ ਵਾਸਤੇ ਜ਼ਹਿਰ ਹੈ। ਬਿਲਕੁਲ ਮਾਇਆ ਦੇ ਸੰਬੰਧ ਵਿੱਚ ਵੀ ਇਦਾਂ ਹੀ ਹੈ। ਜਿਹੜੀ ਵੀ ਚੀਜ਼ ਸਾਨੂੰ ਰੱਬ ਵੱਲੋਂ ਦਾਤ ਰੂਪ 'ਚ ਪ੍ਰਾਪਤ ਹੋਈ ਹੈ, ਜੇਕਰ ਉਹਨੂੰ, ਉਸ ਦਾਤ ਨੂੰ ਪ੍ਰਾਪਤ ਕਰਕੇ ਰੱਬ ਦਾ ਸ਼ੁਕਰਾਨਾ ਹੈ, ਫਿਰ ਤਾਂ ਠੀਕ ਹੈ। ਪਰ ਜੇਕਰ ਉਸ ਦਾਤ ਨੂੰ ਪ੍ਰਾਪਤ ਕਰਕੇ, ਜਿਵੇਂ ਬਾਣੀ 'ਚ ਗੁਰੂ ਸਾਹਿਬ ਕਹਿੰਦੇ ਨੇ, ਦਾਤ ਪਿਆਰੀ ਵਿਸਰਿਆ ਦਾਤਾ। ਦਾਤ ਨੂੰ ਤਾਂ ਪਿਆਰ ਕਰ ਲਿਆ, ਪਰ ਜਿਸ ਦਾਤੇ ਨੇ ਦਿੱਤੀ ਹੈ ਉਹਨੂੰ ਹੀ ਭੁੱਲ ਗਏ। ਗੁਰੂ ਸਾਹਿਬ ਕਹਿੰਦੇ ਫਿਰ ਉਹ ਮਾਇਆ ਬਣ ਜਾਂਦੀ। ਸੋ ਇਹਦਾ ਮਤਲਬ ਇਹ ਹੋਇਆ ਕਿ ਪਰਮਾਤਮਾ ਦੁਆਰਾ ਦਿੱਤੀਆਂ ਹੋਈਆਂ ਦਾਤਾਂ ਕਿਸੇ ਵੀ ਰੂਪ ਦੇ ਵਿੱਚ, ਚਾਹੇ ਉਹ ਜ਼ਮੀਨ ਜਾਇਦਾਦ, ਧਨ ਦੌਲਤ ਹੈ, ਚਾਹੇ ਧੀਆਂ ਪੁੱਤਰ, ਭੈਣ ਭਰਾ, ਸੱਜਣ ਮਿੱਤਰ, ਮਾਂ ਪਿਓ ਹੈ, ਜੇਕਰ ਤਾਂ ਉਹਨਾਂ ਦੇ ਮੋਹ ਦੇ ਵਿੱਚ, ਉਹਨਾਂ ਦੇ ਨਾਲ ਇੰਨੇ ਕੁ ਅਸੀਂ ਅਟੈਚ ਹੋ ਗਏ ਕਿ ਰੱਬ ਹੀ ਭੁੱਲ ਗਿਆ, ਗੁਰੂ ਸਾਹਿਬ ਕਹਿੰਦੇ ਫਿਰ ਉਹ ਮਾਇਆ ਬਣ ਜਾਂਦੀ ਹੈ। ਤੇ ਐਸੇ ਹੀ ਅਨੇਕਾਂ ਪ੍ਰਮਾਣ ਤੁਹਾਨੂੰ ਬਾਣੀ ਦੇ ਵਿੱਚੋਂ ਵੀ ਮਿਲਣਗੇ ਜਿਨ੍ਹਾਂ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਕਹਿਣ ਲੱਗੇ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ। ਤੇ ਨਾਲ ਹੀ ਗੁਰੂ ਸਾਹਿਬ ਕਹਿੰਦੇ ਨੇ, ਕਹਿੰਦੇ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਕਹਿੰਦੇ ਮਾਲਕ, ਇਹ ਜਿਹੜੀਆਂ ਦਾਤਾਂ ਤੂੰ ਦਿੱਤੀਆਂ ਨੇ, ਅੰਦਰ ਦੀ ਹਾਲਤ ਐਸੀ ਹੋ ਗਈ ਹੈ ਕਿ ਇਹਨਾਂ ਦਾਤਾਂ ਨੂੰ ਪ੍ਰਾਪਤ ਕਰਕੇ ਤੂੰ ਦੇਣ ਵਾਲਾ ਹੀ ਭੁੱਲ ਗਿਆ। ਤੇ ਜਦੋਂ ਉਹ ਦੇਣ ਵਾਲਾ ਭੁੱਲ ਜਾਂਦਾ ਹੈ ਨਾ, ਫਿਰ ਉਹ ਇਨਸਾਨ ਜਿਹੜਾ ਨਾ ਉਹ ਮਾਇਆ ਦੇ ਵਿੱਚ ਬੁਰੀ ਤਰ੍ਹਾਂ ਫਸ ਜਾਂਦਾ ਹੈ। ਇਹ ਮਾਇਆ ਜਿਹੜੀ ਹੈ ਨਾ ਜੀ, ਇਹ ਅਸਲ 'ਚ ਪਰਮਾਤਮਾ ਨੇ ਸਾਡੀ ਹੈਲਪ ਵਾਸਤੇ ਪੈਦਾ ਕੀਤੀ ਹੈ, ਕ੍ਰੀਏਟ ਕੀਤੀ ਹੈ, ਜਿਹਨੂੰ ਏਦਾਂ ਸੌਖਾ ਸਮਝ ਲਈਏ ਵੈਸੇ। ਕਿਉਂਕਿ ਜਿਹੜੀ ਸਾਡੀ ਜ਼ਿੰਦਗੀ ਦੀ ਡੈਸਟੀਨੇਸ਼ਨ ਹੈ, ਉਹ ਡੈਸਟੀਨੇਸ਼ਨ ਕੀ ਹੈ? ਗੁਰੂ ਅਰਜਨ ਸਾਹਿਬ ਕਹਿੰਦੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ। ਉਹ ਗੋਬਿੰਦ ਨਾਲ ਮਿਲਣਾ ਹੈ। ਮਿਲਣ ਵਾਸਤੇ ਸਾਨੂੰ ਇਹ ਜੀਵਨ ਮਿਲਿਆ ਹੈ, ਤੇ ਇਸ ਜੀਵਨ ਨੂੰ ਆਪਣੀ ਮੰਜ਼ਿਲ ਤੱਕ ਅਸੀਂ ਤਾਂ ਹੀ ਲੈ ਕੇ ਜਾ ਸਕਦੇ ਹਾਂ ਜੇਕਰ ਸਾਡੇ ਕੋਲ ਇਹ ਮਾਇਆ ਹੋਏਗੀ, ਜੇਕਰ ਅਸੀਂ ਇਸ ਮਾਇਆ ਨੂੰ ਯੂਜ਼ ਕਰਾਂਗੇ। ਇਹ ਸਾਨੂੰ ਯੂਜ਼ ਕਰਨ ਵਾਸਤੇ ਮਿਲੀ ਹੈ, ਨਾ ਕਿ ਇਹਦੇ ਵਿੱਚ ਇੰਨੇ ਕੁ ਅਟੈਚ ਹੋ ਕੇ ਇਹਨੂੰ ਹੀ ਆਪਣੀ ਡੈਸਟੀਨੇਸ਼ਨ ਮੰਨ ਲੈਣਾ। ਜਿਹੜਾ ਤਾਂ ਇਹਨੂੰ ਡੈਸਟੀਨੇਸ਼ਨ ਮੰਨ ਲੈਂਦਾ ਹੈ, ਉਹ ਫਿਰ ਇਸ ਮਾਇਆ ਦੇ ਵਿੱਚ ਹੀ ਉਲਝ ਕੇ ਰਹਿ ਜਾਂਦਾ। ਸੋ ਇਹ ਸਾਡੇ ਵਾਸਤੇ ਯੂਜ਼ਫੁਲ ਹੈ,
ਆਪਣੀ ਮੰਜ਼ਿਲ ਤੱਕ ਪਹੁੰਚਣ ਵਾਸਤੇ। ਭਾਈ ਗੁਰਦਾਸ ਜੀ ਨੇ ਵੀ ਕਿਹਾ ਨਾ ਜੀ, ਬੜਾ ਪਿਆਰਾ ਵਚਨ ਉਹਨਾਂ ਦਾ, ਕਹਿੰਦੇ ਓੰਕਾਰ ਆਕਾਰ ਕਰ ਮੱਖੀ ਇੱਕ ਉਪਾਈ ਮਾਇਆ। ਭਾਈ ਸਾਹਿਬ ਨੇ ਉੱਥੇ ਮੱਖੀ ਕਿਹਾ ਜੀ ਇਸ ਮਾਇਆ ਨੂੰ, ਕਹਿੰਦੇ ਮਾਲਕ ਪਰਮਾਤਮਾ ਨੇ ਇਹ ਸ੍ਰਿਸ਼ਟੀ ਕ੍ਰੀਏਟ ਕਰਕੇ ਮਾਇਆ ਨੂੰ ਵੀ ਕ੍ਰੀਏਟ ਕਰ ਦਿੱਤਾ, ਤਾਂ ਕਿ ਹੁਣ ਇੱਥੇ ਛੋਟੀ ਜਿਹੀ ਇੱਕ ਐਗਜ਼ਾਮਪਲ ਹੈ। ਸਪੋਜ਼ ਕਰ ਲਓ ਬੱਚੇ ਨਾਰਮਲੀ ਵੈਸੇ ਪਿਕਨਿਕ ਮਨਾਉਣ ਵਾਸਤੇ ਕਦੀ ਕਿਤੇ ਜਾਂਦੇ, ਜਾਂ ਆਪਾਂ ਵੀ ਜਦੋਂ ਕਿਤੇ ਵਕੇਸ਼ਨ ਹੁੰਦੀ, ਛੁੱਟੀਆਂ ਹੁੰਦੀਆਂ ਨੇ, ਉਦੋਂ ਕਿਸੇ ਦੂਸਰੇ ਦੇਸ਼ ਦੇ ਵਿੱਚ ਆਪਾਂ ਵਕੇਸ਼ਨਸ ਮਨਾਉਣ ਵਾਸਤੇ ਚਲੇ ਜਾਂਦੇ ਹਾਂ ਜੀ। ਜਦੋਂ ਤਿਆਰੀ ਕਰਦੇ ਹਾਂ, ਤਿਆਰੀ ਕਰਨ ਦੇ ਲਈ ਅਸੀਂ ਉਹ ਸਾਰਾ ਜ਼ਰੂਰਤ ਦਾ ਸਮਾਨ ਆਪਣੇ ਨਾਲ ਰੱਖਦੇ ਹਾਂ, ਜਿਹਦੇ ਨਾਲ ਸਾਨੂੰ ਦੂਸਰੇ ਇਲਾਕੇ ਦੇ ਵਿੱਚ ਜਾਂ ਦੂਸਰੇ ਦੇਸ਼ ਦੇ ਵਿੱਚ ਜਾ ਕੇ ਕੋਈ ਪ੍ਰੋਬਲਮ ਨਾ ਆਵੇ। ਜਿਸ ਕੰਮ ਵਾਸਤੇ ਅਸੀਂ ਜਾ ਰਹੇ ਹਾਂ, ਉੱਥੇ ਜਾ ਕੇ ਇਹ ਨਾ ਹੋਵੇ, ਉੱਥੇ ਜਾ ਕੇ ਮੈਂ ਪਛਤਾਉਂਦਾ ਰਹਾਂ ਕਿ ਹਾਏ ਇਹ ਚੀਜ਼ ਰਹਿ ਗਈ ਸੀ। ਜਿੰਨਾ ਵੀ ਸਮਾਨ ਅਸੀਂ ਆਪਣੇ ਨਾਲ, ਪੈਸੇ ਕਹਿ ਲਈਏ ਜਾਂ ਹੋਰ ਖਾਣ ਪੀਣ ਦਾ ਸਮਾਨ ਆਪਣੇ ਨਾਲ ਲਿਆਏ ਨਾ, ਉਹ ਸਾਡੇ ਵਾਸਤੇ ਯੂਜ਼ਫੁਲ ਹੈ, ਸਾਡੀ ਵਰਤੋਂ ਵਾਸਤੇ ਹੈ। ਮਾਇਆ ਵੀ ਬਿਲਕੁਲ ਇਸੇ ਤਰ੍ਹਾਂ ਹੀ ਹੈ। ਮੰਜ਼ਿਲ ਸਾਡੀ ਪਰਮਾਤਮਾ ਹੈ। ਇਹ ਮਾਇਆ ਪਰਮਾਤਮਾ ਨੇ ਸਾਨੂੰ ਯੂਜ਼ ਕਰਨ ਵਾਸਤੇ ਦਿੱਤੀ ਹੈ, ਤਾਂ ਕਿ ਇਹਦੇ ਰਾਹੀਂ, ਜੇ ਸਰੀਰ ਦਿੱਤਾ ਹੈ ਪਰਮਾਤਮਾ ਨੇ, ਭੁੱਖ ਲੱਗਦੀ ਹੈ, ਖਾਣਾ ਚਾਹੀਦਾ ਹੈ, ਖੁਰਾਕ ਚਾਹੀਦੀ ਹੈ, ਤੇ ਉਹ ਖੁਰਾਕ ਤਾਂ ਹੀ ਆਏਗੀ ਜੇਕਰ ਇਨਸਾਨ ਦੇ ਕੋਲ ਮਾਇਆ ਹੋਏਗੀ। ਇੱਥੇ ਮਾਇਆ ਦਾ ਮਤਲਬ ਪੈਸਾ ਹੋਏਗਾ। ਇਨਸਾਨ ਇਕੱਲਾ ਜਿਹੜਾ ਹੈ ਨਾ, ਉਹ ਸਰਵਾਈਵ ਨਹੀਂ ਕਰ ਸਕਦਾ। ਉਹਦੇ ਵਾਸਤੇ ਪਰਮਾਤਮਾ ਨੇ ਪਰਿਵਾਰ ਦਾ ਬੰਦੋਬਸਤ ਕਰ ਦਿੱਤਾ ਹੈ, ਤਾਂ ਕਿ ਪਰਿਵਾਰ ਦੇ ਵਿੱਚ ਰਹਿ ਕੇ ਇੱਕ ਦੂਜੇ ਦੀ, ਜਿਵੇਂ ਗੁਰੂ ਸਾਹਿਬ ਦਾ ਹੀ ਵਚਨ ਹੈ ਨਾ ਜੀ, ਕਿ ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਆਂ ਸੋਏ। ਉੱਥੇ ਪਤੀ ਪਤਨੀ ਦੇ ਰਿਸ਼ਤੇ ਨੂੰ ਗੁਰੂ ਸਾਹਿਬ ਨੇ ਇਸ ਤਰ੍ਹਾਂ ਦੇ ਨਾਲ ਡਿਫਾਈਨ ਕੀਤਾ ਹੈ ਕਿ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਆਪਣੀ ਮੰਜ਼ਿਲ ਤੇ ਪਹੁੰਚਿਆ ਜਾ ਸਕੇ। ਸੋ ਜਦੋਂ ਤਾਂ ਇਸ ਤਰੀਕੇ ਦੇ ਨਾਲ ਇਸ ਮਾਇਆ ਨੂੰ ਸਮਝਿਆ ਜਾਂਦਾ ਹੈ, ਫਿਰ ਤਾਂ ਇਹ ਯੂਜ਼ਫੁਲ ਹੈ, ਫਿਰ ਤਾਂ ਇਹ ਮਾਇਆ ਨਹੀਂ ਰਹਿ ਜਾਂਦੀ। ਇਹ ਤਾਂ ਸਾਡੀ ਫਿਰ ਇੱਕ ਤਰੀਕੇ ਦੇ ਨਾਲ ਕਹਿ ਲਈਏ ਕਿ ਦੋਸਤੀ ਬਣ ਜਾਂਦੀ ਹੈ, ਜਿਸ ਦੇ ਰਾਹੀਂ ਆਪਣੀ ਮੰਜ਼ਿਲ ਤੇ ਪਹੁੰਚਦੇ ਹਾਂ। ਸੋ ਬਾਣੀ ਦੇ ਥਰੂ ਇਹ ਗੁਰੂ ਸਾਹਿਬ ਨੇ ਸਾਨੂੰ ਗੱਲ ਸਮਝਾਈ ਹੈ ਕਿ ਹਰ ਇੱਕ ਉਹ ਚੀਜ਼ ਜਿਹਦੇ ਮੋਹ ਦੇ ਵਿੱਚ ਪੈ ਕੇ ਇਨਸਾਨ ਨੂੰ ਰੱਬ ਭੁੱਲ ਜਾਂਦਾ ਹੈ, ਉਹ ਮਾਇਆ ਹੈ। ਜੀ ਬਿਲਕੁਲ ਜੀ, ਕਿਉਂਕਿ ਆਮ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ ਕਿ ਵੀ ਮਾਇਆ ਜਿਹੜੀ ਆ ਬਹੁਤ ਭੈੜੀ ਆ, ਤੇ ਮਾਇਆ ਜਿਹੜੀ ਆ ਉਹ ਚੰਗੀ ਨਹੀਂ। ਕਿਉਂਕਿ ਜਿੱਦਾਂ ਤੁਸੀਂ ਗੁਰਬਾਣੀ ਵਿੱਚ ਦੱਸਿਆ, ਕਿਉਂਕਿ ਦਾਤ ਤਾਂ ਅਸੀਂ ਰੱਬ ਦੇ ਕੋਲੋਂ ਮੰਗਦੇ ਹਾਂ, ਤੇ ਪਰ ਜਦੋਂ ਉਹ ਦਾਤ ਦੇ ਦਿੰਦਾ ਆ, ਫਿਰ ਅਸੀਂ ਰੱਬ ਨੂੰ ਮਾਈਨਸ ਕਰ ਦਿੰਦੇ ਹਾਂ ਆਪਣੀ ਲਾਈਫ ਦੇ ਵਿੱਚ। ਗੁਰੂ ਨੇ ਕਦੇ ਵੀ ਨਹੀਂ ਆਖਿਆ ਕਿ ਮੇਰੇ ਕੋਲ ਕੁਝ ਨਾ ਮੰਗੋ। ਜੇ ਅਸੀਂ ਗੁਰੂ ਕੋਲ ਮੰਗਣਾ ਹੁੰਦਾ ਜਾਂ ਗੁਰੂ ਨੇ ਸਾਨੂੰ ਕੁਝ ਨਾ ਦੇਣਾ ਹੁੰਦਾ, ਤਾਂ ਗੁਰੂ ਨੇ ਇਹ ਚੀਜ਼ਾਂ ਪੈਦਾ ਕਿਉਂ ਕੀਤੀਆਂ? ਮਾਇਆ ਉਦੋਂ ਬਣਦੀ, ਜਿੱਦਾਂ ਸਾਨੂੰ ਕੁਲਦੀਪ ਜੀ ਨੇ ਦੱਸਿਆ, ਕਿ ਜਦੋਂ ਅਸੀਂ ਉਸ ਦਾਤੇ ਨੂੰ ਵਿਸਾਰ ਦਿੰਦੇ ਹਾਂ। ਦਾਤ ਪਿਆਰੀ ਵਿਸਰਿਆ ਦਾਤਾਰਾ, ਰੱਬ ਜੀ ਨੇ ਇਹ ਸਾਰਾ ਕੁਝ ਜੋ ਸਾਡੇ ਲਈ ਪੈਦਾ ਕੀਤਾ ਹੈ, ਉਹਦੇ ਵਿੱਚ ਆਨੰਦ ਲੈ ਕੇ ਉਹਦੇ ਵਿੱਚ ਹੀ ਅਸੀਂ ਸਪਿਰਚੁਅਲ ਲਾਈਫ ਜਿਹੜੀ ਆ ਉਹ obtain ਕਰਨੀ ਆ, ਅਸੀਂ ਪ੍ਰਾਪਤ ਕਰਨੀ ਆ। ਤੇ ਜਦੋਂ ਅਸੀਂ ਹੋਰ ਇਹਨੂੰ ਬਾਰੀਕੀ ਤਰੀਕੇ ਨਾਲ ਦੇਖਦੇ ਹਾਂ ਕੁਲਦੀਪ ਜੀ, ਤੇ ਇੱਕ ਫਿਰ ਸਾਡੇ ਮਨ 'ਚ ਇਹ ਵੀ ਪ੍ਰਸ਼ਨ ਆਉਂਦਾ ਹੈ ਕਿ ਇਹ ਜਿਹੜੀ ਮਾਇਆ ਆ, ਇਹ ਚੰਗੀ ਆ ਜਾਂ ਬੁਰੀ? ਤੇ ਇਹਦੇ ਬਾਰੇ ਵੀ ਸਾਡੇ ਨਾਲ ਸਾਂਝ ਪਾਓ ਜੀ। ਅਸਲ 'ਚ ਇਹ ਡਿਪੈਂਡ ਕਰਦਾ ਹੈ ਜੀ ਕਿ ਮਾਇਆ ਦੀ ਕਿਸ ਫਾਰਮ ਦਾ ਜ਼ਿਕਰ ਕੀਤਾ ਹੈ ਜੀ, ਕਿਉਂਕਿ ਇਹਦੀਆਂ ਫਾਰਮਸ ਅਲੱਗ-ਅਲੱਗ ਨੇ। ਇਹ ਆਪਾਂ ਕਹਿ ਨਹੀਂ ਸਕਦੇ। ਜੇ ਤਾਂ ਪੈਸੇ ਦੀ ਗੱਲ ਕਰਾਂਗੇ, ਧਨ ਦੌਲਤ ਦੀ ਗੱਲ ਕਰਾਂਗੇ, ਤੇ ਵੈਸੇ ਮਾਫ ਕਰਨਾ, ਸਾਨੂੰ ਇਹ ਵੀ ਪ੍ਰਚਾਰਿਆ ਜਾਂਦਾ ਹੈ ਕਿ ਜੀ ਮਾਇਆ ਦਾ ਤਿਆਗ ਕਰ ਦਿਓ, ਮਾਇਆ ਦਾ ਤਿਆਗ ਕਰ ਦਿਓ, ਬੜੀ ਖਤਰਨਾਕ ਹੈ ਜੀ, ਜਾਲ 'ਚ ਨਾ ਫਸ ਜਿਓ। ਪਰ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਰੂ ਸਾਹਿਬ ਨੇ ਕਿਤੇ ਨਹੀਂ ਕਿਹਾ ਕਿ ਤੁਸੀਂ ਮਾਇਆ ਦਾ ਤਿਆਗ ਕਰ ਦਿਓ। ਪੈਸਾ, ਮੈਂ ਧਨ ਦੌਲਤ ਦਾ ਜ਼ਿਕਰ ਕਰਦਾ ਪਿਆ ਜੀ ਇੱਥੇ। ਗੁਰੂ ਸਾਹਿਬ ਨੇ ਕਿਤੇ ਸਾਨੂੰ ਨਹੀਂ ਕਿਹਾ ਕਿ ਤੁਸੀਂ ਪੈਸੇ ਦਾ ਤਿਆਗ ਕਰ ਦਿਓ। ਹਾਂ, ਜੇਕਰ ਭਗਤ ਸਾਹਿਬਾਨਾਂ ਦੇ ਵਚਨ ਪੜ੍ਹੋ ਤੇ ਭਗਤ ਕਬੀਰ ਜੀ ਤਾਂ ਕਹਿੰਦੇ ਨੇ ਕਿ ਇਹ ਮਾਇਆ ਤਾਂ ਘਰ ਦਾ ਸ਼ਿੰਗਾਰ ਹੈ। ਇਹ ਮਾਇਆ ਤਾਂ ਘਰ ਦਾ ਸ਼ਿੰਗਾਰ ਹੈ। ਇਹਦੇ ਨਾਲ ਤਾਂ ਜੇਕਰ ਕੋਈ ਲੋੜਵੰਦ ਤੁਹਾਡੇ ਘਰ ਦੇ ਵਿੱਚ ਆਂਦਾ ਹੈ, ਗ੍ਰਹਿ ਸੋਭਾ ਜਾ ਕੇ ਰੇ ਨਾਹੇ, ਆਵਤ ਪਹੀਆ ਖੂਦੇ ਜਾ। ਇਹ ਮਾਇਆ ਹੋਏਗੀ ਤੇ ਤੁਸੀਂ ਕਿਸੇ ਲੋੜਵੰਦ ਦੀ ਲੋੜ ਪੂਰੀ ਕਰ ਸਕੋਗੇ ਨਾ। ਜੇ ਤੁਹਾਡੇ ਕੋਲ ਹੀ ਕੁਝ ਨਹੀਂ ਹੈ, ਕੋਈ ਹੋਰ ਦੂਜਾ ਲੋੜਵੰਦ ਤੁਹਾਡੇ ਕੋਲ ਆ ਗਿਆ, ਤੁਸੀਂ ਉਹਦੀ ਲੋੜ ਕਿੱਥੋਂ ਪੂਰੀ ਕਰੋ? ਸੋ ਗੁਰੂ ਸਾਹਿਬ ਨੇ ਮਾਇਆ ਨੂੰ ਮਾੜਾ ਕਿਤੇ ਨਹੀਂ ਕਿਹਾ, ਜਾਂ ਇਹ ਨਹੀਂ ਕਿਹਾ ਕਿ ਤੁਸੀਂ ਤਿਆਗ ਕਰ ਦਿਓ। ਇਹ ਪ੍ਰਚਾਰਿਆ ਜ਼ਰੂਰ ਜਾਂਦਾ ਹੈ। ਵੱਡੇ ਮਾਫ ਕਰਨਾ, ਮੈਂ ਲਫ਼ਜ਼ ਯੂਜ਼ ਕਰਨ ਲੱਗਾ, ਬਾਬੇ ਸਾਨੂੰ ਕਹਿੰਦੇ ਨੇ ਮਾਇਆ ਦਾ ਤਿਆਗ ਕਰ ਦਿਓ ਜੀ, ਤਿਆਗ ਕਰ ਦਿਓ। ਆਪ ਕਹਿੰਦੇ ਜੀ ਅਸੀਂ ਮਾਇਆ ਨੂੰ ਹੱਥ ਨਹੀਂ ਲਗਾਉਂਦੇ। ਵਾਕਿਆ ਨਹੀਂ ਲਗਾਉਂਦੇ ਜੀ ਹੱਥ, ਉਹ ਡਾਇਰੈਕਟ ਜੇਬ ਦੇ ਵਿੱਚ ਪਾਉਂਦੇ ਨੇ ਜੀ। ਸੋ ਮਾਇਆ ਦਾ ਤਿਆਗ ਗੁਰੂ ਸਾਹਿਬ ਨੇ ਸਾਨੂੰ ਬਾਣੀ ਦੇ ਵਿੱਚ ਕਿਤੇ ਨਹੀਂ ਕਰਨ ਵਾਸਤੇ ਕਿਹਾ। ਇਹ ਡਿਪੈਂਡ ਕਰਦਾ ਹੈ ਕਿ ਕਿਸ ਫਾਰਮ ਦਾ ਜ਼ਿਕਰ ਹੈ ਜੀ। ਹਾਂ, ਜੇਕਰ ਤਾਂ ਇਕੱਲੇ ਪੈਸੇ ਦੀ ਗੱਲ ਕਰੀਏ ਤੇ ਪੈਸਾ ਵੀ ਮਾੜਾ ਨਹੀਂ ਹੈ।
ਪੈਸੇ ਨੂੰ ਵੀ ਮਾੜਾ ਆਪਾਂ ਕਹਿ ਨਹੀਂ ਸਕਦੇ। ਉਸ ਟਾਈਮ ਤੇ ਮਾੜਾ ਆਪਾਂ ਕਵਾਂਗੇ ਜਦੋਂ ਸਿਰਫ ਮੈਨੂੰ ਪੈਸਾ ਹੀ ਨਜ਼ਰ ਆ ਰਿਹਾ ਹੈ, ਹੋਰ ਕੁਝ ਮੈਂ ਨਜ਼ਰ ਨਹੀਂ ਦੇਖਦਾ ਨਹੀਂ ਪਿਆ। ਮੈਨੂੰ ਸਿਰਫ ਜਿਵੇਂ ਭਾਈ ਗੁਰਦਾਸ ਨੇ ਕਿਹਾ ਨਾ ਕਿ ਇਸਤਰੀ ਪੁਰਖ ਹੈ ਦਾਮ ਹਿਤ ਭਾਵੇਂ ਆਏ ਕਿਥਾਉ ਜਾਏ ਜੀ। ਇਹ ਸਾਡੀ ਡੈਸਟੀਨੇਸ਼ਨ ਨਹੀਂ ਹੋਣੀ ਚਾਹੀਦੀ ਕਿ ਮੇਰੇ ਕੋਲ ਪੈਸਾ ਆਵੇ, ਜਿਵੇਂ ਵੀ ਕਿਵੇਂ ਮੇਰੇ ਕੋਲ ਪੈਸਾ ਆਉਣਾ ਚਾਹੀਦਾ ਹੈ, ਦੂਜੇ ਦੇ ਕੋਲ ਹੈ ਉਹ ਵੀ ਮੇਰੇ ਕੋਲ ਆ ਜਾਏ, ਮੇਰੇ ਗਵਾਂਢੀ ਦੇ ਕੋਲ ਇੰਨਾ ਪੈਸਾ ਉਹ ਵੀ ਮੇਰੇ ਕੋਲ। ਜੇ ਤੇ ਇਹੋ ਜੀ ਭਾਵਨਾ ਫਿਰ ਤੇ ਮਾੜਾ ਜੀ। ਇਸ ਭਾਵਨਾ ਨੂੰ ਜੇਕਰ ਲੈ ਕੇ ਮੈਂ ਬੈਠਾਂ ਤੇ ਫਿਰ ਮੇਰੇ ਵਾਸਤੇ ਇਹ ਮਾੜੀ ਹੈ ਮਾਇਆ, ਕਿਉਂਕਿ ਇਹਦੇ ਨਾਲ ਮੇਰਾ ਜਿੱਥੇ ਸੰਸਾਰਿਕ ਤੌਰ ਤੇ ਨੁਕਸਾਨ ਹੈ, ਉੱਥੇ ਆਤਮਿਕ ਤੌਰ ਤੇ ਬੜਾ ਘਾਟਾ ਪਏਗਾ ਇਹਦੇ ਨਾਲ। ਪਰ ਜੇਕਰ ਇੱਕ ਇਹਦੀ ਫਾਰਮ ਹੈ ਜੀ ਅਵਿਦਿਆ। ਅਵਿਦਿਆ ਮੀਨਸ ਕਹਿ ਲਈ ਆਪਾਂ ਇਗਨੋਰੈਂਸ, ਤੇ ਇਗਨੋਰੈਂਸ ਜਿਹੜੀ ਹੈ ਉਹ ਮਾੜੀ ਹੈ ਜੀ। ਹੁਣ ਮਾਇਆ ਨੂੰ, ਪੈਸੇ ਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ। ਜੇ ਅਗਿਆਨਤਾ ਦੇ ਵਿੱਚ ਕੋਈ ਇਨਸਾਨ ਫਸਿਆ ਪਿਆ ਹੈ, ਅਗਿਆਨਤਾ ਵੀ ਇੱਕ ਮਾਇਆ ਦਾ ਰੂਪ ਹੈ, ਤੇ ਉਹ ਅਗਿਆਨਤਾ ਜੀਵਨ ਵਾਸਤੇ ਮਾੜੀ। ਸਪੋਜ਼ ਕਰ ਲਓ ਹੁਣ ਅਸੀਂ ਕਿਤੇ ਜਾਂਦੇ ਆ, ਮੈਨੂੰ ਪੜ੍ਹਨਾ ਨਹੀਂ ਆਉਂਦਾ, ਮੈਂ ਅਗਿਆਨੀ, ਮੈਂ ਪੜ੍ਹਿਆ ਲਿਖਿਆ ਨਹੀਂ, ਮੈਂ ਕੁਝ ਪੜ੍ਹ ਨਹੀਂ ਸਕਦਾ, ਸਾਈਨ ਬੋਰਡ ਲਿਖਿਆ, ਮੈਂ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੁੰਦਾ, ਰਸਤਾ ਮੈਨੂੰ ਪਤਾ ਨਹੀਂ, ਸਾਈਨ ਬੋਰਡ ਆ ਰਹੇ ਨੇ, ਪਰ ਉਹ ਸਾਈਨ ਬੋਰਡ ਮੈਂ ਪੜ੍ਹ ਨਹੀਂ ਸਕਦਾ ਕਿਉਂਕਿ ਮੈਨੂੰ ਨੌਲੇਜ ਨਹੀਂ ਹੈ, ਮੈਂ ਅਗਿਆਨੀ ਹਾਂ ਜੀ। ਤੇ ਹੁਣ ਜੇ ਮੈਨੂੰ ਪੜ੍ਹਨਾ ਹੀ ਕੁਝ ਨਹੀਂ ਆਉਂਦਾ ਤੇ ਮੈਂ ਫਿਰ ਦੇਖ ਕੇ ਸਾਈਨ ਬੋਰਡ ਦੇਖ ਕੇ ਆਪਣੀ ਮੰਜ਼ਿਲ ਤੱਕ ਕਿਵੇਂ ਪਹੁੰਚ ਸਕਦਾ? ਸੋ ਉਹ ਅਗਿਆਨਤਾ ਜਿਹੜੀ ਹੈ ਨਾ, ਉਹ ਅਗਿਆਨਤਾ ਮਾਇਆ ਰੂਪ ਦੇ ਵਿੱਚ ਮਾੜੀ ਹੈ। ਧਨ ਦੌਲਤ ਦਾ ਜ਼ਿਕਰ ਕਰ ਲਈਏ ਉਹ ਮਾੜਾ ਨਹੀਂ, ਜੇ ਸੰਜਮ ਦੇ ਵਿੱਚ ਹੈ। ਜਿਵੇਂ ਭਗਤ ਸਾਹਿਬਾਨਾਂ ਦੇ ਬਚਨ ਆਪਾਂ ਪੜ੍ਹਦੇ ਹਾਂ ਜੀ, ਭਗਤ ਸਾਹਿਬਾਨ, ਭਗਤ ਧੰਨਾ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਮਾਧੋ ਕੈਸੀ ਬਣੇ ਤੁਮ ਸੰਗੇ ਆਪ ਨਾ ਦੇਹੋ ਤਾਂ ਲੇਵੋ ਮੰਗੇ। ਕਹਿੰਦੇ ਜੇਕਰ ਤੂੰ ਨਾ ਦੇਂਗਾ ਤੇ ਮੈਂ ਤੇਰੇ ਕੋਲ ਮੰਗ ਕੇ ਲੈ ਲਾਂਗਾ, ਤੇਰੇ ਨਾਲ ਕਾਦੀ ਸੰਗ। ਪੰਜਾਬੀ ਚ ਆਪਾਂ ਸਿੱਧਾ ਕਹਿੰਦੇ ਤੂੰ ਮੇਰਾ ਪੱਕਾ ਦੋਸਤ ਹੈ, ਤੇਰੇ ਨਾਲ ਕਾਦੀ ਸੰਗ। ਭਗਤ ਧੰਨਾ ਜੀ ਪਰਮਾਤਮਾ ਨੂੰ ਆਪਣਾ ਮਿੱਤਰ ਬਣਾ ਕੇ ਕਹਿੰਦੇ ਰੱਬਾ ਤੂੰ ਤਾਂ ਮੇਰਾ ਸੱਜਣ ਹੈ ਜੀ, ਤੂੰ ਤਾਂ ਮੇਰਾ ਮਿੱਤਰ ਹੈ, ਤੇ ਤੇਰੇ ਨਾਲ ਮੇਰੀ ਕੋਈ ਸੰਗ ਸੁੰਗ ਨਹੀਂ ਹੈਗੀ, ਤੂੰ ਆਪੇ ਦੇਂਗਾ ਤੇ ਤੇਰਾ ਸ਼ੁਕਰਾਨਾ, ਜੇ ਨਹੀਂ ਦੇਂਗਾ ਤਾਂ ਫਿਰ ਮੈਂ ਤੇਰੇ ਕੋਲ ਮੰਗ ਕੇ ਲੈ ਲੈਣਾ। ਕੀ ਮੰਗਿਆ ਜੀ ਉਹਨਾਂ ਨੇ? ਕਹਿੰਦੇ ਦਾਲ ਸੀਦਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਪਣੀਆਂ ਸ਼ਾਦਨ ਨੀਕਾ, ਅਨਾਜ ਮੰਗੋ ਸਤ ਸੀਕਾ। 7 ਤਰ੍ਹਾਂ ਦਾ ਅਨਾਜ ਮੰਗੋ ਸਤ ਸੀਕਾ, ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਣ ਤੁਰੀ ਚੰਗੇਰੀ, ਘਰ ਕੀ ਗੀਹਣ ਚੰਗੀ। ਭਗਤ ਧੰਨਾ ਜੀ ਨੇ ਤਾਂ ਘਰ ਵਾਲੀ ਵੀ ਮੰਗੀ, ਉਹ ਜਿਹੜੀ ਚੰਗੀ ਹੋਵੇ, ਸੁਭਾਅ ਦੀ, ਨੇਚਰ ਪੱਖੋਂ ਚੰਗੀ ਹੋਵੇ, ਉਹ ਵੀ ਮੰਗੀ। ਐਸੀ ਨਹੀਂ ਮੰਗੀ ਕਿ ਉਹ ਘਰ ਦੇ ਵਿੱਚ ਲੜਾਈ ਪਾ ਕੇ ਬੈਠੇ, ਨਾ ਆਪ ਜਪੇ ਤੇ ਨਾ ਮੈਨੂੰ ਜਪਣ ਦੇ। ਚੰਗੀ ਮੰਗੀ ਜੀ ਉਹਨਾਂ ਨੇ, ਘਰ ਕੀ ਗੀਹਣ ਚੰਗੀ, ਜਨ ਧੰਨਾ ਲੈਵੇ ਮੰਗੀ। ਕਹਿੰਦੇ ਮੈਂ ਤਾਂ ਤੇਰੇ ਕੋਲ ਮੰਗ ਕੇ ਲੈ ਲਵਾਂਗਾ ਇਹ ਸਾਰੀਆਂ ਚੀਜ਼ਾਂ। ਤੇ ਜੇਕਰ ਭਗਤ ਧੰਨਾ ਜੀ ਮੰਗਦੇ ਪਏ ਨੇ ਤੇ ਫਿਰ ਆਪਾਂ ਇਸ ਨੂੰ ਮਾੜਾ ਕਿਵੇਂ ਕਹਿ ਸਕਦੇ? ਇਹਦਾ ਮਤਲਬ ਇਹ ਸਭ ਕੁਝ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਰੋਲ ਹੈ, ਐਵੇਂ ਨਹੀਂ ਹੈ। ਜੋ ਗੁਰੂ ਸਾਹਿਬ ਨੇ ਪ੍ਰਮਾਤਮਾ ਨੇ ਪੈਦਾ ਕੀਤੀਆਂ ਨੇ ਇਹ ਸਾਰੀਆਂ ਚੀਜ਼ਾਂ, ਉਹਨਾਂ ਦਾ ਕੋਈ ਰੀਜ਼ਨ ਹੈ, ਤੇ ਜੇ ਰੀਜ਼ਨ ਕਰਕੇ ਪੈਦਾ ਕੀਤੀਆਂ ਨੇ ਫਿਰ ਉਹ ਮਾੜੀ ਹੋ ਹੀ ਨਹੀਂ ਸਕਦੀ। ਹਾਂ, ਇਹਦੀਆਂ ਵੱਖ-ਵੱਖ ਫਾਰਮਸ ਜਿਹੜੀਆਂ ਨੇ ਉਹ ਡਿਪੈਂਡ ਕਰਦਾ ਹੈ ਕਿ ਇਨਸਾਨ ਦਾ ਅੰਦਰ ਕਿੱਥੇ ਜਿਹਾ ਟਿਕਿਆ ਹੋਇਆ। ਬਿਲਕੁਲ। ਜੇਕਰ ਤਾਂ ਉਹ ਹੁਣ ਜਿਵੇਂ ਵਿਕਾਰ ਨੇ, ਉਹ ਵਿਕਾਰ ਜਿਹੜੇ ਨੇ, ਜੇਕਰ ਇਨਸਾਨ ਉਹਨਾਂ ਵਿਕਾਰਾਂ ਦੇ ਵਿੱਚ ਐਨਗ੍ਰੋਸ ਹੋਇਆ ਪਿਆ, ਫਸਿਆ ਪਿਆ ਪੂਰੀ ਤਰ੍ਹਾਂ, ਫਿਰ ਉਹ ਮਾਇਆ ਜਿਹੜੀ ਹੈ, ਵਿਕਾਰ ਰੂਪੀ ਮਾਇਆ, ਉਹ ਮਾੜੀ ਹੈ, ਕਿਉਂਕਿ ਉਹਦੇ ਨਾਲ ਆਤਮਿਕ ਤੌਰ ਤੇ ਅੰਮ੍ਰਿਤ ਲੁੱਟੈ, ਮਨਮੁਖ ਨਹੀਂ ਬੂਝੈ। ਅੰਦਰੋਂ ਜਿਹੜੇ ਸ਼ੁਭ ਗੁਣ ਨੇ ਉਹ ਲੁੱਟੇ ਜਾ ਰਹੇ ਨੇ, ਇਨਸਾਨ ਨੂੰ ਅੰਦਰੋਂ ਘਾਟਾ ਪੈਂਦਾ ਪਿਆ, ਫਿਰ ਉਹ ਮਾੜੇ ਨੇ। ਪਰ ਜੇਕਰ ਇਨਸਾਨ ਦੇ ਅੰਦਰ ਉਹ ਵਿਕਾਰ ਵੀ ਕੰਟਰੋਲ ਦੇ ਵਿੱਚ ਨੇ, ਫਿਰ ਉਹਨਾਂ ਨੂੰ ਵੀ ਆਪਾਂ ਮਾੜਾ ਨਹੀਂ ਕਹਿ ਸਕਦੇ, ਕਿਉਂਕਿ ਪਰਮਾਤਮਾ ਨੇ ਤਾਂ ਇੱਕ ਸੰਸਾਰ ਜਿਹੜਾ ਬਣਾਇਆ ਨਾ ਜੀ, ਬੈਲੈਂਸ ਬਣਾਇਆ ਹੈ ਜੀ, ਉਹਦੇ ਵਿੱਚ ਕੋਈ ਉਹਨੇ ਗਲਤ ਚੀਜ਼ ਪੈਦਾ ਹੀ ਨਹੀਂ ਕੀਤੀ ਜੀ। ਜਿਹੜਾ ਪਰਮਾਤਮਾ ਆਪ ਹੈ, ਜਿਸ ਨੇ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਜਿਸ ਸੱਚੇ ਪਰਮਾਤਮਾ ਨੇ ਕ੍ਰੀਏਟ ਕੀਤਾ ਇਸ ਸੰਸਾਰ ਨੂੰ, ਤੇ ਇਸ ਸਾਜੇ ਹੋਏ ਸੱਚੇ ਦੁਆਰਾ ਸੰਸਾਰ ਨੂੰ ਆਪਾਂ ਮਾੜਾ ਕਹਿ ਨਹੀਂ ਸਕਦੇ, ਮਾਇਆ ਨੂੰ ਮਾੜਾ ਕਹਿ ਨਹੀਂ ਸਕਦੇ। ਸੋ ਇਹ ਡਿਪੈਂਡ ਕਰਦਾ ਹੈ ਇਨਸਾਨ ਦੇ ਉੱਤੇ ਕਿ ਉਹ ਇਨਸਾਨ ਕਿੱਥੇ ਜੇ ਸਟੈਂਡ ਕਰਦਾ ਪਿਆ ਹੈ, ਕਿ ਉਹ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ, ਗੁਰੂ ਦੇ ਨਾਲ ਜੁੜਿਆ ਹੋਇਆ ਹੈ। ਜੇਕਰ ਤਾਂ ਜੁੜਿਆ ਹੈ ਫਿਰ ਉਹ ਇਹਦੀ ਅਸਲੀਅਤ ਨੂੰ ਸਮਝੇਗਾ, ਤੇ ਇਸ ਅਸਲੀਅਤ ਨੂੰ ਸਮਝ ਕੇ ਇਹਨੂੰ ਅੰਡਰ ਕੰਟਰੋਲ ਰੱਖੇਗਾ, ਨਾ ਕਿ ਇਹਦੇ ਅੰਡਰ ਕੰਟਰੋਲ ਹੋਏਗਾ। ਜੇਕਰ ਤਾਂ ਅੰਡਰ ਕੰਟਰੋਲ ਹੈ ਫਿਰ ਮਾੜਾ ਕੁਝ ਵੀ ਨਹੀਂ, ਪਰ ਜੇਕਰ ਆਪ ਉਹਦੇ ਅੰਡਰ ਕੰਟਰੋਲ ਹੋ ਗਿਆ ਫਿਰ ਮਾੜਾ ਹੈ ਜੀ। ਇਹ ਇਸ ਸੰਦਰਭ ਦੇ ਵਿੱਚ ਆਪਾਂ ਇਸ ਮਾਇਆ ਨੂੰ ਸਮਝ ਸਕਦੇ ਹਾਂ, ਚੰਗੀ ਜਾਂ ਮਾੜੀ ਜੀ। ਹੁਣ ਖਿਆਲ ਕਰੋ ਜੀ, ਦੁਨੀਆ ਦੇ ਵਿੱਚ, ਸੁਸਾਇਟੀ ਦੇ ਵਿੱਚ ਵਿਚਰਦੇ ਹਾਂ, ਬੜਾ ਕੁਝ ਆਪਾਂ ਯੂਜ਼ ਕਰਦੇ ਹਾਂ ਜੀ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਲਵਾਂ। ਖੰਡ ਆਪਾਂ ਸਾਰੇ ਯੂਜ਼ ਕਰਦੇ ਹਾਂ ਜੀ, ਸ਼ੂਗਰ ਸਾਰੇ ਯੂਜ਼ ਕਰਦੇ ਹਾਂ। ਸ਼ੂਗਰ ਮਾੜੀ ਤੇ ਨਹੀਂ ਹੈ,
ਪਰ ਮਾੜੀ ਉਦੋਂ ਹੁੰਦੀ ਹੈ ਜਦੋਂ ਵੱਧ ਜਾਂਦੀ ਹੈ। ਜੀ ਜਦੋਂ ਬੈਲੈਂਸ ਦੇ ਵਿੱਚ ਹੈ ਉਦੋਂ ਤੇ ਮਾੜੀ ਨਹੀਂ ਨਾ, ਉਦੋਂ ਤਾਂ ਸਾਨੂੰ ਡਾਕਟਰ ਦੇ ਕੋਲ ਨਹੀਂ ਜਾਣਾ ਪੈਂਦਾ, ਜੀ ਜਦੋਂ ਬੈਲੈਂਸ 'ਚ ਹੈ, ਅੰਡਰ ਕੰਟਰੋਲ ਹੈ। ਜੀ ਪਰ ਜਦੋਂ ਵੱਧ ਜਾਂਦੀ ਹੈ ਜਾਂ ਘਟ ਜਾਂਦੀ ਹੈ, ਫਿਰ ਸਾਨੂੰ ਭੱਜਣਾ ਪੈਂਦਾ ਹੈ ਡਾਕਟਰ ਦੇ ਕੋਲ ਕਿ ਡਾਕਟਰ ਸਾਹਿਬ ਦੇਖੋ ਕੀ ਹੋ ਗਿਆ। ਉਹ ਡਾਕਟਰ ਫਿਰ ਕਹੇਗਾ ਤੂੰ ਖੰਡ ਬੜੀ ਖਾਣਾ ਹੈ, ਘਟਾ ਦੇ, ਨਹੀਂ ਤੇ ਨੁਕਸਾਨ ਜ਼ਿਆਦਾ ਹੋਏਗਾ। ਸੋ ਜੀ ਸੇਮ ਇਸੇ ਤਰ੍ਹਾਂ ਹੀ ਮਾਇਆ ਹੈ ਜੀ। ਜੇਕਰ ਤਾਂ ਮਾਇਆ ਅੰਡਰ ਕੰਟਰੋਲ ਹੈ ਗੁਰੂ ਕਿਰਪਾ ਦੇ ਨਾਲ, ਫਿਰ ਤੇ ਚਿੰਤਾ ਹੀ ਕੋਈ ਨਹੀਂ। ਪਰ ਜੇ ਇਹ ਸ਼ੂਗਰ ਦੀ ਤਰ੍ਹਾਂ ਵੱਧ ਗਈ ਅੰਦਰ, ਫਿਰ ਮਾੜੀ ਹੈ, ਫਿਰ ਨੁਕਸਾਨ ਹੀ ਨੁਕਸਾਨ ਹੈ, ਭਲਾ ਕਿਤੇ ਨਹੀਂ ਹੋ ਸਕਣਾ। ਹਾਂਜੀ ਯਾ ਬਿਲਕੁਲ ਜੀ, ਬੜੀ ਸੋਹਣੀ ਤੁਸੀਂ ਇੱਕ ਵਿੱਚ ਗੱਲ ਆਖੀ ਸੀ ਬੈਲੈਂਸ ਲਾਈਫ ਦੀ, ਕਿਉਂਕਿ ਜਦੋਂ ਆਪ ਜੀ ਨੇ ਪੰਕਤੀ ਬੋਲੀ ਨਾ ਕਿ ਵੀ ਇਹ ਜਗ ਸੱਚੇ ਕੀ ਹੈ ਕੋਟੜੀ, ਸੱਚੇ ਕਾ ਵਿਸ਼ਵਾਸ। ਗੁਰੂ ਜੀ ਨੇ ਸਾਨੂੰ ਸੰਸਾਰ ਬਾਰੇ ਦੱਸਿਆ ਵੀ ਆ ਕਿ ਇਹ ਸੰਸਾਰ ਬਹੁਤ ਚੰਗਾ ਆ, ਕਿਉਂਕਿ ਇਹਦੇ ਵਿੱਚ ਰਹਿ ਕੇ ਹੀ ਜਿਹੜੀ ਰੱਬ ਦੀ ਪ੍ਰਾਪਤੀ ਕਰਨੀ ਆ, ਮਾਇਆ ਵਿੱਚ ਰਹਿ ਕੇ ਹੀ ਜਿਹੜਾ ਆ, ਜਿੱਦਾਂ ਚਿੱਕੜ ਦੇ ਵਿੱਚ ਰਹਿ ਕੇ ਜਿਹੜਾ ਆ ਫੁੱਲ ਖਿਲਦਾ ਆ, ਉਸੇ ਤਰ੍ਹਾਂ ਨਾ ਸਮਾਜ ਵਿੱਚ ਰਹਿ ਕੇ ਸਾਨੂੰ ਲੱਗਦਾ ਹੁੰਦਾ ਇਹ ਸਮਾਜ ਬੁਰਾ ਆ, ਇਹ ਚੀਜ਼ਾਂ ਬੁਰੀਆਂ ਨੇ। ਅਸੀਂ ਤਾਂ ਸਾਡੇ ਖਿਆਲਾਤ, ਸਾਡੇ ਥੋਟ, ਸਾਡਾ ਜਿਹੜਾ ਵਿਚਾਰ ਆ, ਉਹ ਕਈ ਵਾਰ ਸਾਡੇ ਆਪਣੇ ਕਰਕੇ ਉਸਨੂੰ ਅਸੀਂ ਐਕਸਪਲੇਨ ਕਰਨਾ ਸ਼ੁਰੂ ਕਰ ਦਿੰਦੇ ਹਾਂ ਉਸ ਚੀਜ਼ ਨੂੰ। ਪਰ ਗੁਰੂ ਪਾਤਸ਼ਾਹ ਜੀ ਨੇ ਇੱਕ ਬੈਲੈਂਸ ਲਾਈਫ ਦੇਣ ਦੇ ਲਈ ਨਾਲ ਸਾਨੂੰ ਇਹ ਵੀ ਰਿਅਲਾਈਜ਼ ਕਰਾਇਆ ਕਿ ਕੂੜ ਰਾਜਾ ਕੂੜ ਪਰਜਾ, ਕੂੜ ਸਭ ਸੰਸਾਰ, ਵੀ ਇਹ ਜੇ ਸੱਚੇ ਦੀ ਕੋਠੜੀ ਆ, ਇਹ ਪ੍ਰਮਾਤਮਾ ਦਾ ਘਰ ਆ, ਤੇ ਇੱਕ ਦਿਨ ਖਤਮ ਹੋਣ ਵਾਲਾ ਹੀ ਆ, ਇਹ ਉਹਦੇ ਹੱਥ ਵਿੱਚ ਆ। ਇਸ ਕਰਕੇ ਸਾਡੀ ਜਿਹੜੀ ਬੈਲੈਂਸਡ ਲਾਈਫ ਆ ਨਾ, ਉਹ ਵੀ ਬੜੀ ਜ਼ਰੂਰੀ ਆ ਮਾਇਆ ਨੂੰ ਜਿਹੜੀ ਆ ਉਹ ਵਸ ਵਿੱਚ ਕਰਨ ਦੇ ਲਈ। ਤੇ ਜਦੋਂ ਅਸੀਂ ਬਾਣੀ ਨੂੰ ਹੋਰ ਬਰੀਕੀ ਤਰੀਕੇ ਨਾਲ ਦੇਖਦੇ ਹਾਂ, ਪੜ੍ਹਦੇ ਹਾਂ, ਤਾਂ ਫਿਰ ਸਾਨੂੰ ਵੱਖਰੇ ਵੱਖਰੇ ਤਰ੍ਹਾਂ ਦੀ ਜਿਹੜੀ ਮਾਇਆ ਉਹ ਮਿਲਦੀ ਆ। ਉਹਦੀਆਂ ਕਿੰਨੀਆਂ ਕੁ ਕਿਸਮਾਂ ਆਪਾਂ ਨੂੰ ਗੁਰਬਾਣੀ ਵਿੱਚ ਮਿਲਦੀਆਂ ਨੇ ਕੁਲਦੀਪ ਜੀ? ਅਸਲ 'ਚ ਨਾ ਗੁਰੂ ਸਾਹਿਬ ਨੇ ਇਸ ਮਾਇਆ ਦੇ ਲਈ ਬੜੇ ਵਰਡ ਯੂਜ਼ ਕੀਤੇ ਨੇ, ਕਈ ਤਰ੍ਹਾਂ ਦੀ ਮਾਇਆ ਦਾ ਜ਼ਿਕਰ ਕੀਤਾ ਹੈ, ਵੱਖ-ਵੱਖ ਤਰ੍ਹਾਂ ਦੇ ਨਾਮ ਵੀ ਗੁਰੂ ਸਾਹਿਬ ਨੇ ਇਸ ਮਾਇਆ ਨੂੰ ਦਿੱਤੇ ਨੇ ਜੀ, ਜਿਨ੍ਹਾਂ ਦੇ ਵਿੱਚੋਂ ਕੁਝ ਕੁ ਨਾਮ ਮੈਂ ਜ਼ਿਕਰ ਲੈਣੇ ਚਾਹਾਂ ਤਾਂ ਉਹਨਾਂ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਜੀ ਇਹ ਮਾਇਆ ਜਿਹੜੀ ਹੈ ਧਨ ਵੀ ਹੈ, ਧਨ ਦੌਲਤ, ਜ਼ਮੀਨ ਜਾਇਦਾਦ, ਇਹ ਸਭ ਮਾਇਆ ਹੀ ਹੈ। ਉਸ ਤੋਂ ਬਾਅਦ ਜੀ ਇਸ ਮਾਇਆ ਵਾਸਤੇ ਗੁਰੂ ਸਾਹਿਬ ਨੇ ਨਾਗਣੀ ਲਫ਼ਜ਼ ਵੀ ਯੂਜ਼ ਕੀਤਾ ਹੈ ਜੀ। ਗੁਰੂ ਸਾਹਿਬ ਨੇ ਇਸ ਨੂੰ ਵਿਖਿਆ ਵੀ ਕਿਹਾ ਹੈ। ਆ ਜਿਹੜੇ ਵਰਡ ਗੁਰੂ ਸਾਹਿਬ ਨੇ ਮਾਇਆ ਦੇ ਲਈ ਯੂਜ਼ ਕੀਤੇ ਨੇ ਨਾ ਜੀ, ਇਹਨਾਂ ਦੇ ਪਿੱਛੇ ਵੀ ਬੜਾ ਵੱਡਾ ਲੌਜਿਕ ਮੈਨੂੰ ਲੱਗਦਾ ਕਿ ਹੈ ਹੀ ਹੈ ਜੀ। ਗੁਰੂ ਸਾਹਿਬ ਨੇ ਐਵੇਂ ਥੋੜੀ ਨਾ ਇਹ ਵਰਡ ਸਾਰੇ ਯੂਜ਼ ਕਰ ਦਿੱਤੇ ਨੇ। ਹੁਣ ਜਦੋਂ ਨਾਗਣੀ ਜਾਂ ਸਰਪਣੀ ਵਰਡ ਗੁਰੂ ਸਾਹਿਬ ਯੂਜ਼ ਕਰਦੇ ਨੇ ਤੇ ਫਿਰ ਸਾਨੂੰ ਸੋਚਣਾ ਪਏਗਾ ਗੁਰੂ ਸਾਹਿਬ ਨੇ ਮਾਇਆ ਨੂੰ ਸੱਪ ਕਿਉਂ ਕਿਹਾ ਜੀ, ਕੀ ਰੀਜ਼ਨ ਸੀ ਮਾਇਆ ਨੂੰ ਸੱਪ ਕਹਿ ਦਿੱਤਾ। ਸੋ ਇਹਦੇ ਲਈ ਨਾ ਇੱਕ ਮੇਰੇ ਖਿਆਲ ਭਾਈ ਗੁਰਦਾਸ ਜੀ ਦਾ ਵਚਨ ਹੈ ਜੀ, ਬੜਾ ਪਿਆਰਾ ਜੀ, ਜਾਂ ਮੇਰੇ ਖਿਆਲ ਬਾਣੀ ਦਾ ਵੀ ਇੱਕ ਬੜਾ ਪਿਆਰਾ ਵਚਨ ਹੈਗਾ ਗੁਰੂ ਸਾਹਿਬ ਦਾ। ਕਹਿੰਦੇ ਕਬੀਰ ਸਾਹਿਬ ਦਾ ਵਚਨ ਹੈ ਜੀ, ਕਹਿੰਦੇ ਇਹ ਜਿਹੜੀ ਮਾਇਆ ਨਾ ਇੱਕ ਸੱਪ ਦੀ ਤਰ੍ਹਾਂ ਹੈ। ਸੱਪ ਦੀ ਤਰ੍ਹਾਂ ਕਿਸ ਤਰ੍ਹਾਂ ਹੈ? ਜਦੋਂ ਕਹਿੰਦੇ ਸੱਪਣੀ ਆਂਡੇ ਦਿੰਦੀ ਹੈ ਜੀ, ਤੇ ਉਹ ਆਪਣੇ ਦਿੱਤੇ ਹੋਏ ਆਂਡਿਆਂ ਨੂੰ ਆਪ ਹੀ ਪੀਣਾ ਸ਼ੁਰੂ ਕਰ ਦਿੰਦੀ। ਆਪਣੇ ਦਿੱਤੇ ਹੋਏ ਆਂਡਿਆਂ ਨੂੰ, ਜਿਨ੍ਹਾਂ ਦੇ ਵਿੱਚ ਉਹਦੇ ਬੱਚੇ ਨਿਕਲਣੇ ਨੇ, ਬੱਚੇ ਪੈਦਾ ਹੋਣੇ ਨੇ ਜੀ, ਉਹਨਾਂ ਐਗਸ ਨੂੰ, ਉਹਨਾਂ ਆਂਡਿਆਂ ਨੂੰ ਆਪ ਹੀ ਪੀਣਾ ਸ਼ੁਰੂ ਕਰ ਦਿੰਦੀ। ਸਰਪਣ ਹੋਏ ਕਿ ਔਤਰੈ ਜਾਏ ਆਪਣੇ ਖਾਏ ਜੀ। ਹਾਂਜੀ, ਉਹ ਜਾਏ ਆਪਣੇ ਖਾਏ ਦਾ ਮਤਲਬ ਕੀ ਹੈ ਕਿ ਉਹ ਸਰਪਣੀ ਜਿਹੜੀ ਹੈ, ਸਨੇਕ, ਫੀਮੇਲ ਸਨੇਕ ਜਿਹੜੀ ਹੈ, ਉਹ ਆਪਣੇ ਹੀ ਬੱਚਿਆਂ ਨੂੰ ਆਂਡਿਆਂ ਦੇ ਰੂਪ ਦੇ ਵਿੱਚ ਜਿਹੜੇ ਅਜੇ ਮੌਜੂਦ ਨੇ ਉਹਨਾਂ ਨੂੰ ਪੀਂਦੀ ਜਾ ਰਹੀ ਹੈ। ਤੇ ਜਦੋਂ ਇਹ ਵਰਡ ਗੁਰੂ ਸਾਹਿਬ ਮਾਇਆ ਦੇ ਲਈ ਯੂਜ਼ ਕਰਦੇ ਨੇ ਤੇ ਇਹਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਇਸ ਮਾਇਆ ਦੇ ਮੋਹ ਦੇ ਵਿੱਚ ਫਸ ਜਾਂਦਾ ਹੈ, ਉਹਦਾ ਦਾਸ ਹੋ ਗਿਆ ਜੀ ਮਾਇਆ ਦਾ ਜੀ। ਤੇ ਜਿਹੜਾ ਉਹਦਾ ਦਾਸ ਹੋ ਗਿਆ, ਫਿਰ ਮਾਇਆ ਉਹਨੂੰ ਹੀ ਖਾ ਜਾਂਦੀ ਜੀ। ਗੁਰੂ ਸਾਹਿਬ ਦਾ ਬਚਨ ਵੀ ਆਪਾਂ ਪੜ੍ਹਦੇ ਨਾ ਜੀ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕਹੋ ਫਿਰ ਖਾਏ। ਗੁਰੂ ਸਾਹਿਬ ਨੇ ਖਾਏ ਵਰਡ ਯੂਜ਼ ਕੀਤਾ ਹੈ। ਕਬੀਰ ਸਾਹਿਬ ਉੱਥੇ ਵੀ ਕਹਿੰਦੇ ਨੇ, ਕਹਿੰਦੇ ਜਾਏ ਆਪਣੇ ਖਾਏ, ਆਪਣੇ ਪੈਦਾ ਕੀਤਿਆਂ ਨੂੰ ਖਾਂਦਾ ਪਿਆ, ਖਾਂਦੀ ਪਈ ਹੈ ਸੱਪਣੀ। ਤੇ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਜਾਏ ਆਪਣੇ ਖਾਏ। ਜਿਹੜਾ ਇਸ ਮਾਇਆ ਦਾ ਦਾਸ ਹੋ ਗਿਆ, ਇਹ ਮਾਇਆ ਉਸੇ ਨੂੰ ਖਾ ਜਾਂਦੀ, ਨਿਗਲ ਜਾਂਦੀ। ਸੋ ਗੁਰੂ ਸਾਹਿਬ ਨੇ ਇਹ ਸੱਪਣੀ ਵਰਡ ਵੀ ਯੂਜ਼ ਕੀਤਾ ਹੈ ਜੀ। ਉਸ ਤੋਂ ਇਲਾਵਾ ਅਗਿਆਨਤਾ ਵੀ, ਚੁੜੇਲ, ਡਾਇਨ, ਇਹ ਸਾਰੇ ਵਰਡ ਗੁਰੂ ਸਾਹਿਬ ਨੇ ਇਸ ਮਾਇਆ ਦੇ ਲਈ ਹੀ ਯੂਜ਼ ਕੀਤੇ ਨੇ। ਤੇ ਇੱਕ ਵਰਡ ਮਿਲੇਗਾ ਜੀ ਭਗਤ ਬਾਣੀ ਦੇ ਵਿੱਚੋਂ ਤੁਹਾਨੂੰ, ਸਾਇਰ ਕੀ ਪੁੱਤਰੀ ਜੀ। ਸਾਇਰ ਕੀ ਪੁੱਤਰੀ ਵੀ ਕਿਹਾ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਇਸ ਮਾਇਆ ਨੂੰ। ਸਾਇਰ ਕੀ ਪੁੱਤਰੀ ਦਾ ਮੈਂ ਥੋੜਾ ਜਿਹਾ ਭਾਵ ਇੱਥੇ ਦੱਸ ਦੇਵਾਂ, ਕਿਉਂਕਿ ਸੰਗਤ ਹੈ ਜਿਹੜੀ ਇਹ ਪੁਰਾਣੇ ਵਰਡ ਨੇ ਨਹੀਂ ਕਹੀ ਵੇਲੇ ਪਤਾ ਲੱਗਦਾ। ਸਾਇਰ ਕਹਿੰਦੇ ਨੇ ਜੀ ਸਮੁੰਦਰ ਨੂੰ, ਓਸ਼ਨ, ਸਮੁੰਦਰ। ਸਾਇਰ ਕੀ ਪੁੱਤਰੀ, ਪੁੱਤਰੀ ਦਾ ਮਤਲਬ ਹੈ ਜੀ ਡਾਟਰ। ਹੁਣ ਇਹਦਾ ਸੰਬੰਧ ਜੁੜਦਾ ਜੀ ਹਿੰਦੂ ਮਿਥਿਹਾਸ ਦੇ ਨਾਲ।
ਜਦੋਂ ਕਹਿੰਦੇ ਨੇ ਦੇਵਤਿਆਂ ਤੇ ਦੈਂਤਾਂ ਨੇ ਖੀਰ ਸਮੁੰਦਰ, ਖੀਰ ਦਾ ਮਤਲਬ ਦੁੱਧ, ਦੁੱਧ ਦੇ ਸਮੁੰਦਰ ਨੂੰ ਰਿੜਕਿਆ, ਉਹਦੇ ਵਿੱਚੋਂ ਰਤਨ ਨਿਕਲੇ, ਉਹਨਾਂ ਰਤਨਾਂ ਦੇ ਵਿੱਚੋਂ ਇੱਕ ਮਾਇਆ ਨਿਕਲੀ। ਇਸ ਕਰਕੇ ਸਮੁੰਦਰ ਨੂੰ ਰਿੜਕਣ ਕਰਕੇ ਉੱਥੋਂ ਕਹਿੰਦੇ ਮਾਇਆ ਨਿਕਲੀ ਹੈ, ਤੇ ਇਹਦਾ ਨਾਂ ਪੈ ਗਿਆ ਸਾਇਰ ਕੀ ਪੁੱਤਰੀ, ਸਮੁੰਦਰ ਦੀ ਧੀ, ਸਮੁੰਦਰ ਦੀ ਡਾਟਰ ਆਫ ਓਸ਼ਨ। ਇਹ ਨਾਮ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਵੀ ਰੱਖ ਦਿੱਤਾ, ਸਾਇਰ ਕੀ ਪੁੱਤਰੀ। ਤੇ ਜੇਕਰ ਆਪਾਂ ਇਹਨਾਂ ਦੀਆਂ ਕਿਸਮਾਂ ਦੀ ਜ਼ਿਕਰ ਕਰਨਾ ਸ਼ੁਰੂ ਕਰ ਦਈਏ ਤੇ ਭਗਤ ਕਬੀਰ ਜੀ ਕਹਿੰਦੇ ਨੇ, ਕਹਿੰਦੇ ਇੰਨੀਆਂ ਕੁ ਕਿਸਮਾਂ ਨੇ, ਇਨਸਾਨ ਗਿਣਦਾ ਥੱਕ ਜਾਏਗਾ, ਪਰ ਇਹਦੀਆਂ ਕਿਸਮਾਂ ਨਹੀਂ ਖਤਮ ਹੋਣੀਆਂ। ਬੜਾ ਪਿਆਰਾ ਬਚਨ ਹੈ ਜੀ, ਸ਼ਲੋਕ ਹੈ ਕਬੀਰ ਸਾਹਿਬ ਦਾ, ਕਹਿੰਦੇ ਕਬੀਰ ਆਈ ਮੁਝੇ ਪੈ ਅਨਿਕ ਕਰੇ ਕਰ ਭੇਸ। ਕਹਿੰਦੇ ਇਹ ਮਾਇਆ ਮੇਰੇ ਕੋਲ ਆਈ, ਅਨਿਕ ਕਰੇ ਕਰ ਭੇਸ, ਇਨ ਡਿਫਰੈਂਟ ਫਾਰਮਸ, ਕਈ ਰੂਪ ਧਾਰਨ ਕਰਕੇ ਮੇਰੇ ਕੋਲ ਮੈਨੂੰ ਆਪਣੇ ਜਾਲ 'ਚ ਫਸਾਉਣ ਦੇ ਲਈ ਆਈ। ਇਹਦਾ ਮਤਲਬ ਹੈ ਜੇਕਰ ਕਬੀਰ ਸਾਹਿਬ ਅਨਿਕ ਕਰੇ ਕਰ ਭੇਸ ਵਰਡ ਯੂਜ਼ ਕਰਦੇ ਪਏ ਨੇ, ਤੇ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਸ ਮਾਇਆ ਦੇ ਬਹੁਤ ਰੂਪ ਨੇ, ਇੱਕ ਨਹੀਂ। ਕੱਲਾ ਧਨ ਦੌਲਤ ਇਹਦਾ ਰੂਪ ਨਹੀਂ ਹੈ, ਹੋਰ ਵੀ ਬੜਾ ਕੁਝ, ਜਿਵੇਂ ਪਹਿਲਾਂ ਵੀ ਮੈਂ ਜ਼ਿਕਰ ਕੀਤਾ, ਧੀਆਂ ਪੁੱਤਰ, ਭੈਣ ਭਰਾ, ਸੱਜਣ ਮਿੱਤਰ, ਇਹ ਸਭ ਕੁਝ ਮਾਇਆ ਦੇ ਰੂਪ ਦੇ ਵਿੱਚ ਆ ਜਾਂਦੇ ਨੇ ਉਦੋਂ ਜਦੋਂ ਇਨਸਾਨ ਇਹਨਾਂ ਦੇ ਮੋਹ ਵਿੱਚ ਫਸ ਕੇ ਪ੍ਰਮਾਤਮਾ ਨੂੰ ਭੁੱਲ ਜਾਂਦਾ। ਕੋਈ ਅੰਦਰ ਚੰਗਾ ਗੁਣ ਹੋਵੇ, ਉਸ ਗੁਣ ਦਾ ਇਨਸਾਨ ਨੂੰ ਹੰਕਾਰ ਹੋ ਜਾਏ, ਕੋਈ ਕੁਆਲਿਟੀ ਹੋਵੇ ਇਨਸਾਨ ਦੇ ਅੰਦਰ, ਉਸ ਕੁਆਲਿਟੀ ਦਾ ਹੰਕਾਰ ਹੋ ਜਾਏ, ਉਹ ਗੁਣ ਵੀ ਇਨਸਾਨ ਵਾਸਤੇ ਮਾਇਆ ਬਣ ਜਾਂਦਾ। ਆ 5 ਵਿਕਾਰ, 5 ਵਾਈਸਸ ਜਿਹੜੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਨੂੰ ਵੀ ਗੁਰੂ ਸਾਹਿਬ ਨੇ ਮਾਇਆ ਦੇ ਰੂਪ ਦੇ ਵਿੱਚ ਕਿਹਾ ਬਾਣੀ 'ਚ। ਸੋ ਜੇਕਰ ਆਪਾਂ ਧਿਆਨ ਦੇ ਨਾਲ ਪੜਾਂਗੇ ਬਾਣੀ, ਤੇ ਗੁਰੂ ਸਾਹਿਬ ਕਹਿੰਦੇ ਬਹੁ ਰੰਗ ਮਾਇਆ ਬਹੁ ਵਿਧ ਪੇਖੀ। ਇਹ ਇਸ ਮਾਇਆ ਦੀਆਂ ਬਹੁਤ ਕਿਸਮਾਂ ਨੇ ਜਿਹੜੀਆਂ ਇਨਸਾਨ ਨੂੰ ਸੁਣੀਆਂ ਵੀ ਨਹੀਂ ਹੋਣਗੀਆਂ, ਜਿਨ੍ਹਾਂ ਦੇ ਬਾਰੇ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਬਾਣੀ ਦੇ ਵਿੱਚ ਵਾਰ-ਵਾਰ, ਕਿ ਇਹ ਹਰ ਇੱਕ ਚੀਜ਼ ਜਿਹੜੀ ਹੈ ਜਿਹਦੇ ਵਿੱਚ ਤੂੰ ਫਸਦਾ ਪਿਆ ਹੈ, ਇਹ ਅਸਲ 'ਚ ਮਾਇਆ ਦਾ ਰੂਪ ਹੈ। ਤੂੰ ਕਿਸੇ ਨਾ ਕਿਸੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਇਹਦੇ ਜਾਲ ਵਿੱਚ ਫਸ ਗਿਆ, ਤੈਨੂੰ ਪਤਾ ਹੀ ਨਹੀਂ ਕਿ ਤੂੰ ਮਾਇਆ ਦੇ ਜਾਲ ਦੇ ਵਿੱਚ ਫਸ ਚੁੱਕਾ, ਕਿਉਂਕਿ ਇਨਸਾਨ ਨੂੰ ਇਹਦੀਆਂ ਡਿਫਰੈਂਟ ਫਾਰਮਸ ਦੇ ਬਾਰੇ ਗਿਆਨ ਕੋਈ ਨਹੀਂ। ਕਿਉਂਕਿ ਮੇਨਲੀ ਆਮ ਨਾਰਮਲ ਬੰਦਾ ਜਿਹੜਾ ਨਾ ਧਨ ਦੌਲਤ ਨੂੰ ਮਾਇਆ ਸਮਝ ਕੇ ਬੈਠਾ, ਬਾਕੀ ਸਭ ਕੁਝ ਕਹਿੰਦਾ ਨਹੀਂ ਇਹ ਮਾਇਆ ਨਹੀਂ ਹੈ, ਪਰ ਅਸਲ 'ਚ ਹਰ ਇੱਕ ਉਹ ਚੀਜ਼ ਮਾਇਆ ਜਿਹੜੀ ਰੱਬ ਦੇ ਨਾਲੋਂ ਤੋੜਦੀ ਹੈ, ਤੇ ਇਹਦੀਆਂ ਕਿਸਮਾਂ ਬਹੁਤ ਜ਼ਿਆਦਾ ਜੀ। ਹਾਂਜੀ ਬਿਲਕੁਲ ਜੀ, ਜਦੋਂ ਹੋਰ ਗੁਰਬਾਣੀ ਦੀ ਧਿਆਨ ਕਰਦੇ ਆ, ਉਹਨਾਂ ਨਾਲ ਕਰਦੇ ਆ, ਗੁਰਬਾਣੀ ਦੀ ਪੇਸ਼ਕਸ਼ ਕਰਦੇ ਆ, ਇਹਦੇ ਵਿੱਚ ਹੋਰ ਸਾਰੀਆਂ ਕਿਸਮਾਂ ਮਿਲਦੀਆਂ ਨੇ, ਜਿੱਦਾਂ ਜੋ ਮਿਲਦੀਆਂ ਨੇ ਗੁਰਬਾਣੀ ਦੇ। ਵੀਰ ਜੀ ਮਾਫ ਕਰਨਾ, ਮੈਨੂੰ ਨਾ ਤੁਹਾਡੀ ਆਵਾਜ਼ ਕਲੀਅਰ ਸੁਣਾਈ ਨਹੀਂ ਦੇ ਰਹੀ, ਬੜੀ ਐਕੋ ਜੀ ਜਿਸ ਤਰ੍ਹਾਂ ਨਾ ਸੁਣਾਈ ਦਿੰਦੀ ਪਈ ਹੈ, ਕੋਈ ਕਲੀਅਰ ਸੁਣਾਈ ਨਹੀਂ ਦੇ ਰਹੀ, ਪਤਾ ਨਹੀਂ ਕਿਉਂ। ਨਹੀਂ ਅਜੇ ਨਹੀਂ ਠੀਕ ਹੋਈ, ਪਤਾ ਨਹੀਂ। ਭੈਣ ਜੀ ਤੁਹਾਨੂੰ ਠੀਕ ਸੁਣਾਈ ਦੇ ਰਹੀ ਹੈ ਨਹੀਂ ਜੀ, ਆਵਾਜ਼ ਨਹੀਂ ਵੀਰ ਜੀ ਸੁਣਾਈ, ਠੀਕ ਨਹੀਂ ਸੁਣਾਈ ਦੇ ਰਹੀ ਤੁਹਾਡੀ। ਭੈਣ ਜੀ ਮੇਰੀ ਆਵਾਜ਼ ਕਿਵੇਂ ਤੁਹਾਨੂੰ ਠੀਕ ਸੁਣਾਈ ਦੇ ਰਹੀ ਹੈ? ਹਾਂਜੀ ਕਲੀਅਰ ਨਹੀਂ ਆਵਾਜ਼ ਤੁਹਾਡੀ ਜਸਵਿੰਦਰ। ਪਹਿਲਾਂ ਵੀ ਅੱਗੇ ਇੱਕ ਵਾਰੀ ਤੁਹਾਡੇ ਲੈਕਚਰ 'ਚ ਇਦਾਂ ਹੋਇਆ ਸੀ। ਅਜੇ ਨਹੀਂ? ਨਹੀਂ ਜੀ ਨਹੀਂ। ਤੁਸੀਂ ਜਾਂ ਜਿਹੜਾ ਪ੍ਰਸ਼ਨ ਲਿਖ ਕੇ ਪਾ ਦਿਓ। ਨਹੀਂ ਵੀਰ ਜੀ ਥੋੜਾ ਹਲਕਾ ਜਿਹਾ ਫਰਕ ਪਿਆ, ਪਰ ਜ਼ਿਆਦਾ ਨਹੀਂ ਜੀ ਪਿਆ ਜੀ। ਓਕੇ ਤੁਸੀਂ ਪਲੀਜ਼ ਨੈਕਸਟ। ਹੁਣ ਠੀਕ ਹੈ ਵੀਰ ਜੀ, ਠੀਕ ਹੈ ਹੁਣ ਠੀਕ। ਹਾਂਜੀ ਓਕੇ ਥੈਂਕ ਯੂ ਸੋ ਮਚ ਜੀ। ਸੌਰੀ ਸਾਧ ਸੰਗਤ ਜੀ, ਸ਼ਾਇਦ ਕੋਈ ਪ੍ਰੋਬਲਮ ਆ ਗਈ ਵਿੱਚ ਜੀ। ਤੇ ਸੋ ਜਦੋਂ ਅਸੀਂ ਹੋਰ ਇਹਨੂੰ ਬਰੀਕੀ ਦੇ ਨਾਲ ਦੇਖਦੇ ਹਾਂ, ਬਾਣੀ ਨੂੰ ਪੜ੍ਹਦੇ ਹਾਂ ਜੀ, ਉਹਦੇ ਵਿੱਚ ਬਹੁਤ ਸਾਰੀਆਂ ਸਾਨੂੰ ਉਦਾਹਰਨਾਂ ਮਿਲਦੀਆਂ ਨੇ
ਤੇ ਉਹਨਾਂ ਉਦਾਹਰਨਾਂ ਦਾ ਵੀ ਕੁਲਦੀਪ ਜੀ ਸਾਡੇ ਨਾਲ ਪਲੀਜ਼ ਸਾਂਝ ਪਾਓ ਕਿ ਸਿੱਖ ਇਤਿਹਾਸ ਵਿੱਚ ਵੀ ਬਹੁਤ ਸਾਰੀਆਂ ਸਾਨੂੰ ਜਿਹੜੀਆਂ ਨੇ ਉਦਾਹਰਨਾਂ ਮਿਲਦੀਆਂ। ਹਾਂਜੀ, ਜਿੱਥੇ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਮਾਇਆ ਤੋਂ ਸਾਨੂੰ ਸੁਚੇਤ ਕੀਤਾ ਹੈ ਕਿ ਇਹਦੇ ਜਾਲ ਦੇ ਵਿੱਚ ਨਹੀਂ ਫਸਣਾ, ਇਸ ਨੂੰ ਕੇਵਲ ਵਰਤੋਂ ਤੱਕ ਹੀ, ਯੂਜ਼ ਤੱਕ ਹੀ ਰੱਖਣਾ ਹੈ, ਇਹ ਸਾਡੀ ਹੈਲਪ ਵਾਸਤੇ ਆ ਤੇ ਇਹਦੀ ਹੈਲਪ ਹੀ ਆਪਾਂ ਲੈਣੀ ਆਪਣੀ ਮੰਜ਼ਿਲ ਤੱਕ ਪਹੁੰਚਣ ਵਾਸਤੇ। ਉਹਦੇ ਨਾਲ ਨਾਲ ਸਾਨੂੰ ਹਿਸਟਰੀ ਦੇ ਵਿੱਚੋਂ ਵੀ ਬਹੁਤ ਸਾਰੀਆਂ ਐਗਜ਼ਾਮਪਲਸ, ਉਦਾਹਰਨਾਂ ਮਿਲਦੀਆਂ ਨੇ ਜਿਨ੍ਹਾਂ ਦੇ ਵਿੱਚ ਇਸ ਮਾਇਆ ਦਾ ਜ਼ਿਕਰ ਸਾਨੂੰ ਮਿਲੇਗਾ। ਸਭ ਤੋਂ ਪਹਿਲਾਂ ਮੈਂ ਜੇਕਰ ਜ਼ਿਕਰ ਕਰਾਂ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਟਾਈਮ ਤੇ ਇੱਕ ਸਿੱਖ ਹੋਏ ਨੇ ਗੜ੍ਹ ਸ਼ੰਕਰ ਦੇ ਰਹਿਣ ਵਾਲੇ, ਉਹਨਾਂ ਦਾ ਨਾਮ ਮਿਲਦਾ ਜੀ ਹਿਸਟਰੀ ਦੇ ਵਿੱਚ ਭਾਈ ਗੰਗੂ ਖੱਤਰੀ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਹੈ ਜੀ। ਅਸਲ 'ਚ ਇਹ ਮਾਇਆ ਜਿਹੜੀ ਹੈ ਨਾ ਕਿਸ ਤਰ੍ਹਾਂ ਆਪਣੇ ਜਾਲ ਦੇ ਵਿੱਚ ਫਸਾ ਲੈਂਦੇ ਇਨਸਾਨ ਨੂੰ, ਉਹ ਬੜੀ ਸਪਸ਼ਟ ਐਗਜ਼ਾਮਪਲ ਸਾਨੂੰ ਇਸ ਸਾਖੀ ਦੇ ਵਿੱਚੋਂ ਮਿਲਦੀ ਹੈ। ਇਹ ਭਾਈ ਗੰਗੂ ਜਿਹੜਾ ਸੀ ਨਾ ਜੀ, ਇੱਕ ਗੰਗੂ ਖਿਆਲ ਰਹੇ ਸੰਗਤ ਦੇ ਲਈ ਕਿ ਇੱਕ ਗੰਗੂ ਉਹ ਸੀ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਇਆ। ਇਹ ਗੰਗੂ ਜਿਹੜਾ ਨਾ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਟਾਈਮ ਦਾ ਸਿੱਖ ਹੈ, ਗੜ੍ਹ ਸ਼ੰਕਰ ਦਾ ਰਹਿਣ ਵਾਲਾ ਜੀ। ਇਹਦੇ ਨਾਲ ਬਿਜ਼ਨਸ ਕਰਦੇ ਸੀ ਜੀ, ਮਨੀ ਲੈਂਡਰ ਸੀ, ਪੈਸੇ ਦਿੰਦੇ ਸੀ ਉਧਾਰ, ਜਾਂ ਜਿਵੇਂ ਅੱਜ ਕੱਲ੍ਹ ਚੈੱਕ ਚੱਲਦੇ ਨੇ, ਪੁਰਾਣਾ ਵਰਡ ਆਪਾਂ ਯੂਜ਼ ਕਰਦੇ ਹੁੰਦੇ ਸੀ ਜੀ ਹੁੰਡੀ, ਇਹ ਹੁੰਡੀ ਬਣਾ ਕੇ ਦਿੰਦੇ ਹੁੰਦੇ ਸੀ ਭਾਈ ਸਾਹਿਬ ਜੀ। ਤੇ ਬਿਜ਼ਨਸ ਵਿੱਚ ਇਹਨਾਂ ਨੂੰ ਪੈ ਗਿਆ ਜੀ ਘਾਟਾ, ਵਪਾਰ 'ਚ ਪੈ ਗਿਆ ਘਾਟਾ, ਤੇ ਘਾਟਾ ਐਸਾ ਪਿਆ ਕਿ ਸਭ ਕੁਝ ਹੀ ਚਲਾ ਗਿਆ, ਜੋ ਕੁਝ ਕੋਲ ਸੀ, ਜੋ ਵੀ ਕਮਾਈ ਸੀ, ਸਭ ਖਤਮ। ਇਹ ਗੁਰੂ ਅਮਰਦਾਸ ਮਹਾਰਾਜ ਜੀ ਕੋਲ ਗੋਇੰਦਵਾਲ ਦੀ ਧਰਤੀ ਤੇ ਪਹੁੰਚਦੇ ਨੇ ਤੇ ਗੁਰੂ ਅਮਰਦਾਸ ਮਹਾਰਾਜ ਦੇ ਨਾਲ ਇਹਨਾਂ ਦਾ ਮੇਲ ਹੁੰਦਾ ਹੈ, ਰੋਂਦੇ ਨੇ ਜੀ, ਅੱਖਾਂ 'ਚ ਹੰਝੂ, ਜਦੋਂ ਹਾਲਤ ਐਸੀ ਹੋ ਜਾਂਦੀ ਹੈ ਤੇ ਨਾਰਮਲੀ ਇਨਸਾਨ ਅੰਦਰੋਂ ਜਿਹੜਾ ਨਾ ਬੜਾ ਦੁਖੀ ਹੁੰਦਾ ਹੈ ਤੇ ਅੱਖਾਂ ਦੇ ਰਾਹੀਂ ਅਥਰੂ ਆਉਣੇ ਸ਼ੁਰੂ ਹੋ ਜਾਂਦੇ ਨੇ। ਗੁਰੂ ਅਮਰਦਾਸ, ਸੰਖੇਪ 'ਚ ਜਾਵਾਂ ਤਾਂ ਗੁਰੂ ਅਮਰਦਾਸ ਮਹਾਰਾਜ ਇਹਨਾਂ ਨੂੰ ਇੱਕ ਹੁੰਡੀ ਲਿਖ ਦਿੰਦੇ ਨੇ ਜੀ, ਦਿੱਲੀ ਭੇਜਦੇ ਨੇ, ਦਿੱਲੀ ਜਾ ਕੇ ਕਾਰੋਬਾਰ ਸਟਾਰਟ ਕਰਦੇ ਨੇ, ਕਾਰੋਬਾਰ ਚੱਲ ਜਾਂਦਾ ਹੈ। ਜਿਵੇਂ ਜਿਵੇਂ ਕਾਰੋਬਾਰ ਚੱਲਦਾ ਹੈ ਨਾ ਜੀ, ਤਿਵੇਂ ਤਿਵੇਂ ਮਾਇਆ ਜਿਹੜੀ ਹੈ ਉਹ ਆਪਣਾ ਅਸਰ ਵਿਖਾਉਣਾ ਸ਼ੁਰੂ ਕਰਦੀ ਹੈ। ਸਮਾਂ ਲੰਘਿਆ ਤੇ ਇੱਕ ਸਿੱਖ ਗੋਇੰਦਵਾਲ ਦੀ ਧਰਤੀ ਤੇ, ਦਿੱਲੀ ਦਾ ਰਹਿਣ ਵਾਲਾ, ਗੋਇੰਦਵਾਲ ਪਹੁੰਚਦਾ ਹੈ ਗੁਰੂ ਅਮਰਦਾਸ ਮਹਾਰਾਜ ਕੋਲ, ਪਾਤਸ਼ਾਹ ਜੀ ਬੇਟੀ ਦਾ ਵਿਆਹ ਕਿਰਪਾ ਕਰੋ, ਕੁਝ ਮਦਦ ਹੋ ਜਾਵੇ। ਤੇ ਗੁਰੂ ਸਾਹਿਬ ਉਸ ਸਿੱਖ ਨੂੰ, ਇਸ ਗੰਗੂ ਜਿਹੜਾ ਸਿੱਖ ਹੈ ਗੁਰੂ ਸਾਹਿਬ ਦਾ, ਜਿਹਦੀ ਮਦਦ ਕੀਤੀ ਸੀ ਗੁਰੂ ਸਾਹਿਬ ਨੇ, ਜਿਸ ਦੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹਦਾ ਵਪਾਰ ਹੁਣ ਚੱਲ ਪਿਆ ਹੈ, ਉਹਦੇ ਕੋਲ ਭੇਜ ਦਿੱਤਾ ਕਿ ਉਹ ਤੇਰੀ ਮਦਦ ਕਰੇਗਾ। ਜਦੋਂ ਉੱਥੇ ਪਹੁੰਚਦਾ ਹੈ, ਮਿਲਦਾ ਹੈ ਗੰਗੂ ਨੂੰ, ਤੇ ਗੰਗੂ ਅੱਗੋਂ ਜਵਾਬ ਦੇ ਦਿੰਦਾ, ਕਹਿਣ ਲੱਗਾ ਕਿਹੜਾ ਗੁਰੂ ਅਮਰਦਾਸ, ਮੈਂ ਨਹੀਂ ਜਾਣਦਾ ਗੁਰੂ ਅਮਰਦਾਸ, ਉਹਨਾਂ ਦੇ ਪੈਸੇ ਮੇਰੇ ਕੋਲ ਕੋਈ ਨਹੀਂ। ਸੋ ਇਹ ਮਾਇਆ ਜਿਹੜੀ ਹੈ ਨਾ ਇਸ ਤਰੀਕੇ ਦੇ ਨਾਲ ਭਰਮਾ ਲੈਂਦੀ ਹੈ। ਪਹਿਲਾਂ ਉਹ ਵੀ ਸਮਾਂ ਸੀ ਜਦੋਂ ਕੁਝ ਨਹੀਂ ਸੀ, ਗੁਰੂ ਸਾਹਿਬ ਨੇ ਮਦਦ ਕੀਤੀ, ਕਿਰਪਾ ਕੀਤੀ, ਬਿਜ਼ਨਸ ਚੱਲ ਪਿਆ। ਹੁਣ ਜੇਕਰ ਚੱਲਿਆ ਤੇ ਗੁਰੂ ਹੀ ਭੁੱਲ ਗਿਆ। ਤੇ ਜਦੋਂ ਆਣ ਕੇ ਸਿੱਖ ਨੇ ਦੱਸਿਆ ਨਾ ਪਾਤਸ਼ਾਹ ਜੀ, ਉਹ ਕਹਿੰਦਾ ਮੇਰੇ ਕੋਲ ਪੈਸਾ ਕੋਈ ਨਹੀਂ ਗੁਰੂ ਸਾਹਿਬ ਦਾ, ਮੈਂ ਜਾਣਦਾ ਨਹੀਂ ਗੁਰੂ ਅਮਰਦਾਸ ਮਹਾਰਾਜ ਨੂੰ। ਕਹਿੰਦੇ ਉਹ ਜਾਣੇ 'ਚ ਨਹੀਂ ਜਾਣਦਾ ਹੁਣ। ਉਹ ਫਿਰ ਗੁਰੂ ਕਿਰਪਾ ਕਰ, ਜਿੱਥੇ ਕਿਰਪਾ ਰੱਖਦਾ ਹੈ ਨਾ, ਗੁਰੂ ਸਾਹਿਬ ਬਾਣੀ 'ਚ ਕਹਿੰਦੇ ਨੇ ਗੁਰ ਹਾਥ ਧਰਿਓ ਮੇਰਾ ਮਾਥਾ। ਜਦੋਂ ਉਹ ਮੱਥੇ ਤੇ ਹੱਥ ਰੱਖਦਾ ਹੈ ਤੇ ਇਨਸਾਨ ਜਿਹੜਾ ਉਹ ਸਫਲਤਾ ਪ੍ਰਾਪਤ ਕਰਦਾ ਹੈ। ਫਿਰ ਉਹੀ ਹੱਥ ਜਦੋਂ ਸਿਰ ਤੋਂ ਚੁੱਕਿਆ ਜਾਂਦਾ ਹੈ ਨਾ, ਤੇ ਇਨਸਾਨ ਦੀ ਹਾਲਤ ਬੜੀ ਤਰਸਯੋਗ ਹੋ ਜਾਂਦੀ ਜੀ। ਉਹ ਸੁਲਤਾਨਾ ਘਾਹ ਕਰਾਇੰਦਾ, ਨਜ਼ਰ ਉਪੱਠੀ ਜੇਕਰ ਇਹ ਸੁਲਤਾਨਾ ਘਾਹ ਕਰਾਇੰਦਾ, ਦਰ ਮੰਗਣ ਭੇਖਣਾ ਪਾਇੰਦਾ। ਉਹ ਜਿਹੜਾ ਹੱਥ ਸਿਰ ਤੇ ਰੱਖਿਆ ਸੀ ਗੁਰੂ ਸਾਹਿਬ ਨੇ, ਚੁੱਕਿਆ ਜਦੋਂ, ਫਿਰ ਉਹੀ ਹਾਲਤ, ਫਿਰ ਚੇਤਾ ਆਇਆ ਤੇ ਫਿਰ ਗੋਇੰਦਵਾਲ ਆਣ ਕੇ ਮੁਆਫੀ ਮੰਗੀ ਗੁਰੂ ਸਾਹਿਬ ਦੀ ਕੋਲੋਂ। ਫਿਰ ਦੂਜੀ ਐਗਜ਼ਾਮਪਲ ਮਿਲਦੀ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ 'ਚ। ਜਦੋਂ ਸਤਿਗੁਰੂ ਜੀ ਪ੍ਰਚਾਰ ਦੌਰੇ ਤੇ ਨੇ, ਪ੍ਰਚਾਰ ਕਰਦੇ ਪਏ ਨੇ, ਗੁਜਰਾਤ ਦੀ ਧਰਤੀ, ਉੱਥੋਂ ਦਾ ਰਹਿਣ ਵਾਲਾ ਜੀ ਸ਼ਾਹ ਦੌਲਾ ਫਕੀਰ ਹੈ, ਉਹਦਾ ਇੱਕ ਚੇਲਾ ਹੈ ਅੱਗੋਂ ਜਹਾਂਗੀਰ। ਉਸ ਜਹਾਂਗੀਰ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਦੇਖਿਆ ਨਾ, ਉਹਨਾਂ ਦਾ ਠਾਠ ਬਾਠ ਦੇਖਿਆ, ਕਿਉਂਕਿ ਸ਼ਸਤਰ ਸਜਾਏ ਹੋਏ ਨੇ, ਕਲਗੀ ਲਗਾਈ ਹੋਈ ਹੈ ਗੁਰੂ ਸਾਹਿਬ ਨੇ, ਇਹ ਸਭ ਕੁਝ ਦੇਖਿਆ ਤਾਂ ਉਹਨੇ ਕੁਝ ਸਵਾਲ ਕੀਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ। ਉਹਨਾਂ ਸਵਾਲਾਂ ਦੇ ਵਿੱਚੋਂ ਇੱਕ ਸਵਾਲ ਜਿਹੜਾ ਨਾ ਉਹ ਮਾਇਆ ਦੇ ਸੰਬੰਧ ਵਿੱਚ ਵੀ ਸੀ। ਜਿੱਥੇ ਉਹਦੇ ਸਵਾਲ ਸੀ ਨਾ ਜੀ, ਉਹਨੇ ਕਿਹਾ, ਕਹਿੰਦਾ ਹਿੰਦੂ ਕਿਆ ਤੇ ਪੀਰ ਕਿਆ, ਔਰਤ ਕਿਆ ਤੇ ਫਕੀਰ ਕਿਆ, ਕਹਿੰਦਾ ਦੌਲਤ ਕਿਆ ਤੇ ਤਿਆਗ ਕਿਆ, ਦੌਲਤ ਕਿਆ ਤੇ ਤਿਆਗ ਕਿਆ। ਕਹਿੰਦਾ ਫਕੀਰ ਹੋਵੇ ਤੇ ਦੌਲਤ ਦੇ ਨਾਲ, ਪੈਸੇ ਦੇ ਨਾਲ ਇੰਨਾ ਕਾਹਦਾ ਤਿਆਗ, ਇਹਨੂੰ ਤਿਆਗ ਥੋੜੀ ਨਾ ਕਹਿੰਦੇ। ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉੱਥੇ ਜਵਾਬ ਦਿੱਤਾ ਸੀ ਇਸ ਜਹਾਂਗੀਰ ਨੂੰ, ਜਿਹੜਾ ਸ਼ਾਹ ਦੌਲਾ ਦਾ ਚੇਲਾ ਹੈ। ਗੁਰੂ ਸਾਹਿਬ ਨੇ ਇਸ ਮਾਇਆ ਦੇ ਸੰਬੰਧ ਵਿੱਚ ਕਿਹਾ ਸੀ, ਕਹਿਣ ਲੱਗੇ ਮਾਇਆ ਗੁਜਰਾਨ ਹੈ, ਔਰਤ ਈਮਾਨ ਹੈ, ਦੌਲਤ ਗੁਜਰਾਨ ਹੈ। ਜਿਹੜੀ ਦੌਲਤ ਹੈ ਨਾ ਉਹ ਗੁਜ਼ਾਰੇ ਦੇ ਲਈ ਹੈ। ਇਹ ਨਹੀਂ ਕਿ ਮੈਂ ਇਹਦੇ ਮੋਹ ਦੇ ਵਿੱਚ ਫਸ ਕੇ ਤੇ ਰੱਬ ਨੂੰ ਭੁੱਲ ਗਿਆ, ਨਹੀਂ। ਕਹਿੰਦੇ ਸਿਰਫ ਇਹ ਰੱਬ ਨੇ ਯੂਜ਼ ਕਰਨ ਵਾਸਤੇ ਪੈਦਾ ਕੀਤੀ ਹੈ
ਤੇ ਇਹ ਸਿਰਫ ਸਾਡੇ ਲਈ ਗੁਜ਼ਰਾਨ ਹੈ। ਇਹਦੇ ਨਾਲ ਤਾਂ ਜਿਹੜੇ ਲੋੜਵੰਦ ਆਉਂਦੇ ਨੇ ਉਹਨਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ, ਘਰ ਦਾ ਗੁਜ਼ਾਰਾ ਚੱਲਦਾ ਹੈ, ਪ੍ਰਸ਼ਾਦਾ ਪਾਣੀ ਚੱਲਦਾ ਹੈ। ਇਸ ਤੋਂ ਵੱਧ ਕੇ ਇਸ ਮਾਇਆ ਦਾ ਜੀਵਨ ਵਿੱਚ ਰੋਲ ਕੋਈ ਨਹੀਂ। ਸੋ ਇਹ ਐਗਜ਼ਾਮਪਲ ਵੀ ਮਾਇਆ ਦੀ ਗੁਰੂ ਸਾਹਿਬ ਦੇ ਜੀਵਨ ਚੋਂ ਮਿਲਦੀ ਹੈ। ਤੇ ਫਿਰ ਜੇਕਰ ਹੋਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਨੂੰ ਵਾਚੀਏ, ਜਦੋਂ ਗੁਰੂ ਅੰਗਦ ਸਾਹਿਬ ਜੀ ਗੁਰਗੱਦੀ ਦੇ ਕੇ ਬਾਬਾ ਅਮਰਦਾਸ ਜੀ ਨੂੰ ਗੁਰੂ ਅਮਰਦਾਸ ਬਣਾ ਕੇ ਗੋਇੰਦਵਾਲ ਭੇਜ ਦਿੰਦੇ ਨੇ, ਬਾਬਾ ਦਾਤੂ ਜੀ ਚਾਹੁੰਦੇ ਸੀ ਕਿ ਮੈਨੂੰ ਮਿਲ ਜਾਂਦੀ ਗੁਰਗੱਦੀ, ਕਿਉਂਕਿ ਮੈਂ ਪੁੱਤਰ ਨਹੀਂ ਮਿਲੀ। ਤੇ ਉਹ ਹੁਣ ਗੁਰੂ ਅਮਰਦਾਸ ਜੀ ਤਾਂ ਚਲੇ ਗਏ ਗੋਇੰਦਵਾਲ। ਜਿਹੜੇ ਬਾਬਾ ਦਾਤੂ ਜੀ ਦੇ ਸਪੋਰਟਰ ਨੇ, ਜਿਹੜੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਸ ਭੇਟਾਵਾਂ ਜਿਹੜੀਆਂ ਨੇ ਉਹ ਗੋਇੰਦਵਾਲ ਦੀ ਧਰਤੀ ਤੇ ਪਹੁੰਚਦੀਆਂ ਨੇ, ਆਣ ਕੇ ਚੁੱਕਦੇ ਨੇ ਬਾਬਾ ਦਾਤੂ ਨੂੰ ਕਿ ਆਹ ਸਭ ਕੁਝ ਤੇਰੇ ਕੋਲ ਆਉਣਾ ਸੀ ਜਿਹੜਾ ਉੱਥੇ ਜਾਂਦਾ ਪਿਆ ਹੈ। ਉਹ ਫਿਰ ਚੁੱਕਣਾ ਦੇ ਵਿੱਚ ਆ ਕੇ ਬਾਬਾ ਦਾਤੂ ਜੀ ਗੋਇੰਦਵਾਲ ਜਾਂਦੇ ਨੇ, ਗੁਰੂ ਸਾਹਿਬ ਬਿਰਾਜਮਾਨ ਹੁੰਦੇ ਨੇ, ਤੇ ਜਾ ਕੇ ਫਿਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਾਬਾ ਦਾਤੂ ਜੀ ਗੁਰੂ ਅਮਰਦਾਸ ਜੀ ਨੂੰ ਲੱਤ ਮਾਰਦੇ ਨੇ। ਹਾਂਜੀ, ਲੱਤ ਮਾਰਦੇ ਨੇ, ਪਰ ਲੱਤ ਮਾਰਨ ਜਿਹੜੀ ਉਹ ਵੀ ਗੁਰੂ ਨੂੰ। ਇਹਦਾ ਮਤਲਬ ਹੈ ਕਿ ਬਾਬਾ ਦਾਤੂ ਜਿਹੜਾ ਨਾ ਉਹ ਮਾਇਆ ਦੇ ਜਾਲ ਵਿੱਚ ਫਸ ਚੁੱਕਾ ਸੀ। ਇਹ ਵੀ ਮਾਇਆ ਦੀ ਇੱਕ ਐਗਜ਼ਾਮਪਲ ਹੈ। ਤੇ ਜੇਕਰ ਹੋਰ ਅੱਗੇ ਚਲੇ ਜਾਈਏ ਤੇ ਗੰਗੂ ਬ੍ਰਾਹਮਣ, ਗੰਗੂ ਰਸੋਈਆ, ਜਿਹਨੂੰ ਆਪਾਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਜਾਂ ਯਾਦ ਕਰਦੇ ਹਾਂ, ਉਹ ਗੰਗੂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਵਾਇਆ। ਕਿਉਂ? ਮਾਇਆ ਦੀ ਖਾਤਰ। ਮਾਇਆ ਹੀ ਗੰਗੂ ਦੇ ਸਿਰ ਦੇ ਉੱਤੇ ਚੜ੍ਹ ਬੈਠੀ ਤੇ ਉਸ ਮਾਇਆ ਦੇ ਲਾਲਚ ਵਿੱਚ ਫਸ ਕੇ ਗੰਗੂ ਨੇ ਜਿਹੜਾ ਹੈ ਉਹ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਵਾ ਦਿੱਤਾ। ਇਸ ਮਾਇਆ ਖਾਤਰ ਹੀ ਬਾਬਾ ਪ੍ਰਿਥੀ ਚੰਦ ਸਾਰੀ ਜ਼ਿੰਦਗੀ ਲੜਦਾ ਹੀ ਰਿਹਾ। ਪਹਿਲਾਂ ਗੁਰੂ ਰਾਮਦਾਸ ਜੀ ਦੇ ਨਾਲ, ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਦੇ ਨਾਲ। ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਸੀ, ਕਹਿੰਦੇ ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨਕੇ ਜਣੇ ਵਡੀਰੇ ਤੁਮ ਹੋ ਤਿਨ ਸਿਉ ਝਗਰਤ ਪਾਪ। ਕਹਿੰਦੇ ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆਪ। ਜਿਸ ਮਾਇਆ ਦਾ ਕਹਿੰਦੇ ਤੂੰ ਹੰਕਾਰ ਕਰਦਾ, ਕਿਉਂਕਿ ਉਹਨੇ ਭਾਈ ਸੰਤੋਖ ਸਿੰਘ ਨੂੰ ਪੜ੍ਹੀਏ ਤੇ ਭਾਈ ਸੰਤੋਖ ਸਿੰਘ ਨੇ ਲਿਖਿਆ, ਕਹਿੰਦੇ ਬਾਬੇ ਪ੍ਰਿਥੀ ਚੰਦ ਨੇ ਗੁਰੂ ਰਾਮਦਾਸ ਜੀ ਨੂੰ ਕਿਹਾ ਸੀ ਕਿ ਮੇਰੇ ਕੋਲ ਪੈਸਾ, ਮੈਂ ਜਾ ਕੇ ਸਰਕਾਰ ਦੇ ਕੋਲ ਸ਼ਿਕਾਇਤ ਕਰਕੇ ਮੈਂ ਆਪਣਾ ਹੱਕ ਲਵਾਂਗਾ। ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕਿਹਾ ਸੀ, ਕਹਿੰਦੇ ਜਿਸ ਧਨ ਦਾ ਤੂੰ ਹੰਕਾਰ ਕਰਦਾ ਹੈ ਨਾ, ਇਹ ਕਿਸੇ ਦਾ ਨਹੀਂ ਹੋ, ਤੂੰ ਇਹਦੇ ਜਾਲ ਵਿੱਚ ਫਸ ਚੁੱਕਾ ਹੈ, ਇਹ ਕਿਸੇ ਦਾ ਨਹੀਂ ਹੋਣਾ। ਸੋ ਇਸ ਮਾਇਆ ਦੇ ਖਾਤਰ ਹੀ ਬਾਬਾ ਪ੍ਰਿਥੀ ਚੰਦ ਜਿਹੜਾ ਹੈ ਨਾ ਜੀ, ਉਹ ਗੁਰੂ ਰਾਮਦਾਸ ਜੀ ਨਾਲ ਲੜਿਆ, ਗੁਰੂ ਅਰਜਨ ਸਾਹਿਬ ਨਾਲ ਲੜਦਾ ਰਿਹਾ। ਇੱਥੇ ਹੀ ਬਸ ਨਹੀਂ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਲ ਅਵਸਥਾ ਵਿੱਚ ਮਾਰਨ ਦੀਆਂ ਕੋਸ਼ਿਸ਼ਾਂ ਵੀ ਕਰਦਾ ਰਿਹਾ, ਇਸੇ ਮਾਇਆ ਦੀ ਖਾਤਰ ਹੀ। ਸੋ ਇਹ ਅਸੀਂ ਹੋਰ ਵੀ ਐਗਜ਼ਾਮਪਲਸ ਸਾਨੂੰ ਮਿਲਣਗੀਆਂ। ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਤੇ ਆਨੰਦਪੁਰ ਦੀ ਘਟਨਾ ਹੈ ਜੀ। ਉੱਥੇ ਇੱਕ ਸਿੱਖ ਨੇ ਕਿਸੇ ਦੂਜੇ ਦੇ ਕੋਲ ਪੈਸੇ ਉਧਾਰ ਲੈ ਲਏ, ਤੇ ਜਦੋਂ ਮੰਗਣ ਗਿਆ ਕਹਿੰਦਾ, ਪਹਿਲਾਂ ਟਾਲ ਮਟੋਲ ਕਰਦਾ ਰਿਹਾ, ਫਿਰ ਇਨਕਾਰ ਹੀ ਕਰ ਦਿੱਤਾ, ਕਹਿੰਦਾ ਮੈਂ ਨਹੀਂ ਦਿੰਦਾ। ਤੇ ਜਿਹਨੇ ਉਧਾਰ ਦਿੱਤਾ ਸੀ ਉਹਨੇ ਕਿਹਾ, ਕਹਿੰਦਾ ਵੀ ਚਲੋ ਇੱਥੇ ਨਹੀਂ ਦੇਗਾ, ਫਿਰ ਉੱਥੇ ਫੈਸਲਾ, ਅੱਗੇ ਜਾ ਕੇ ਫੈਸਲਾ ਹੋਏਗਾ, ਫੈਸਲਾ ਤੇ ਹੋਏਗਾ ਨਾ। ਤੇ ਕਹਿੰਦਾ ਉਹਨੇ ਅੱਗੋਂ ਗੱਲ ਕਹਿ ਦਿੱਤੀ, ਕਿਉਂਕਿ ਜਿਹਨੇ ਉਧਾਰ ਲਿਆ ਸੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜੇ ਸਾਹਿਬਜ਼ਾਦੇ ਨੇ ਉਹਨਾਂ ਨੂੰ ਖਿਡਾਇਆ ਕਰਦਾ ਸੀ। ਕਹਿੰਦੇ ਗੁਰੂ ਮੈਨੂੰ ਬਖਸ਼ ਲਏਗਾ, ਮੈਂ ਖਿਡਾਵਾਂ ਬੱਚਿਆਂ ਦਾ। ਤੇ ਫਿਰ ਕਹਿੰਦੇ ਗੁਰੂ ਸਾਹਿਬ ਨੇ ਉੱਥੇ ਵੀ ਬਚਨ ਕਿਹਾ ਸੀ, ਕਹਿੰਦੇ ਜਿਹੜਾ ਕਿਸੇ ਦਾ ਹੱਕ ਮਾਰਦਾ ਹੈ ਉਹਦਾ ਭਲਾ ਕਿਤੇ ਨਹੀਂ। ਉਹਨਾਂ ਨੇ ਪੰਕਤੀ ਪੜ੍ਹ ਕੇ ਸੁਣਾਈ ਫਿਰ ਜੀ, ਉਹ ਗੁਰੂ ਨਾਨਕ ਸਾਹਿਬ ਵਾਲੀ, ਹੱਕ ਪਰਾਇਆ ਨਾਨਕਾ ਗੁਰ ਪੀਰ ਹਾਮਾ ਤਾਹ ਭਰੈ ਜਾਂ ਮੁਰਦਾਰ ਨਾ ਖਾਏ। ਜਦੋਂ ਕਿਸੇ ਦਾ ਹੱਕ ਨਾ ਮਾਰਿਆ ਹੋਵੇ, ਇਨਸਾਨ ਦਾ ਜੀਵਨ ਪਾਕ ਹੋਵੇ, ਪਵਿੱਤਰ ਪਿਓਰ ਹੋਵੇ, ਗੁਰੂ ਉਹਦੀ ਹਾਮੀ ਭਰਦਾ ਹੈ, ਨਾ ਕਿ ਲਾਲਚੀ ਬੰਦੇ ਦੀ, ਮਾਇਆਧਾਰੀ ਬੰਦੇ ਦੀ। ਐਸੇ ਦੀ ਹਾਮੀ ਗੁਰੂ ਸਾਹਿਬ ਕਿਤੇ ਨਹੀਂ ਭਰਦਾ। ਸੋ ਆ ਕੁਝ ਕੁ ਐਗਜ਼ਾਮਪਲਸ ਹਿਸਟਰੀ ਵਿੱਚੋਂ ਹੋਰ ਵੀ ਕਈ ਮਿਲ ਜਾਣਗੀਆਂ, ਜਿੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਇਸ ਮਾਇਆ ਨੇ ਜਿੱਥੇ ਕਈਆਂ ਦੇ ਕਾਰਜ ਸਵਾਰੇ ਨੇ, ਉੱਥੇ ਕਈਆਂ ਦੇ ਜੀਵਨ ਨੂੰ ਇਸ ਮਾਇਆ ਦੇ ਖਾਤਰ ਨੁਕਸਾਨ ਵੀ ਬੜਾ ਪਹੁੰਚਿਆ ਆਤਮਿਕ ਤੌਰ ਤੇ। ਉਹਨਾਂ ਦੇ ਆਤਮਿਕ ਜੀਵਨ ਦੇ ਵਿੱਚ ਗਿਰਾਵਟ ਵੀ ਬੜੀ ਹੈ। ਉਹ ਇਸ ਮਾਇਆ ਦੀ ਖਾਤਰ ਹੀ ਲੜਦੇ ਲੜਦੇ ਦੁਨੀਆ ਤੋਂ ਚਲੇ ਗਏ, ਆਪਣੀ ਇਸ ਲਾਈਫ ਨੂੰ ਵੇਸਟ ਕਰਕੇ। ਹਾਂਜੀ ਬਿਲਕੁਲ ਜੀ। ਜਦੋਂ ਸਾਡਾ ਮਾਇਆ ਦਾ ਸਾਡੇ ਤੇ ਅਸਰ ਹੋ ਜਾਂਦਾ ਆ, ਉਹ ਸਾਡੀ ਬੋਡੀ ਹੀ ਸਾਨੂੰ ਰਿਵਰਟ ਕਰਦੀ ਆ। ਸਾਡੀਆਂ ਮੂਵਮੈਂਟਸ, ਸਾਡੇ ਕਾਰਜ, ਅਸੀਂ ਕੰਮ ਕਰਦੇ ਆ, ਇਹ ਸਾਡੀ ਬੋਡੀ ਸਾਨੂੰ ਜਿਹੜਾ ਹੈ ਫੀਡਬੈਕ ਦਿੰਦੀ ਆ ਜਦੋਂ ਉਹ ਮਾਇਆ ਸਾਡੇ ਤੇ ਪ੍ਰਭਾਵ ਪਾਉਂਦੀ ਹੈ। ਕਿਉਂਕਿ ਫਿਰ ਅਸੀਂ ਕਿਸੇ ਨੂੰ ਸੁਣਨਾ ਪਸੰਦ ਨਹੀਂ ਕਰਦੇਗੇ। ਜੋ ਸਾਡੇ ਮਾਈਂਡ 'ਚ ਚੱਲਦਾ ਆ, ਅਸੀਂ ਸਿਰਫ ਉਹੀ ਚਾਹੁੰਦੇ ਆ। ਆਪਾਂ ਕਹਿੰਦੇ ਨੋ ਨੀਡ ਟੂ ਟੈਲ ਮੀ, ਆਈ ਨੋ ਐਵਰੀਥਿੰਗ। ਮਾਇਆਧਾਰੀ ਅਤ ਅੰਨਾ ਬੋਲਾ, ਜਿਹੜਾ ਮਾਇਆ ਦਾ ਪ੍ਰਭਾਵ ਹੈ ਜੀ, ਉਹ ਕਹਿੰਦਾ ਵੀ ਮੈਨੂੰ ਜਿੰਨਾ ਕੁਝ ਪਤਾ ਹੈ ਨਾ, ਉਹ ਮੈਨੂੰ ਹੀ ਪਤਾ ਆ, ਆਈ ਨੋ ਐਵਰੀਥਿੰਗ।
ਇਹ ਸਾਡੀ ਬੋਡੀ ਸਾਨੂੰ ਦੱਸ ਦਿੰਦੀ ਹੈ ਜਦੋਂ ਸਾਡੇ ਸਰੀਰ ਤੇ ਇਹ ਚੀਜ਼ਾਂ ਪ੍ਰਭਾਵ ਪਾਉਂਦੀਆਂ ਨੇ। ਕੰਨ ਸੁਣਨਾ ਬੰਦ ਕਰ ਦਿੰਦੇ ਨੇ, ਸਿਰਫ ਆਪਣੀ ਹੀ ਸੁਣਦੇ ਨੇ, ਭਾਵ ਕਿ ਮਨਮਤ ਸਾਡੇ ਅੰਦਰ ਜਿਹੜੀ ਆ ਉਹ ਪੈਦਾ ਹੋ ਜਾਂਦੀ ਆ। ਜਦੋਂ ਬਾਣੀ 'ਚ ਵਾਰ-ਵਾਰ ਹੀ ਗੁਰੂ ਨੇ ਇਸੇ ਲਈ ਆਖਿਆ ਇਹਨੂੰ, ਆਪਣੀ ਮਾਇਆ ਨੂੰ ਕੰਟਰੋਲ ਕਰਨ ਦੇ ਲਈ, ਕਿ ਸੁਣ ਤੇ ਪਨੀਤ ਕਹਿ ਤੇ ਪਵਿੱਤ, ਵੀ ਸੁਣਨਾ ਵੀ ਜ਼ਰੂਰੀ ਆ। ਪਰ ਜਦੋਂ ਮਾਇਆ ਆ ਜਾਵੇ ਇਹਨਾਂ ਅੱਖਾਂ ਦੇ ਰਾਹੀਂ, ਸਿਰਫ ਉਹੀ ਚੀਜ਼ ਨੂੰ ਵੇਖਦਾ ਆ ਜਿਹਦੇ ਵਿੱਚ ਉਹ ਚਾਹੁੰਦਾ ਹੈ ਕਿ ਮੈਨੂੰ ਆਹ ਚੀਜ਼ ਮਿਲ ਜਾਵੇ, ਫੈਸਿਲਿਟੀ ਚਾਹੁੰਦਾ ਆ। ਪਰ ਉਹ ਭੁੱਲ ਜਾਂਦਾ ਕਿ ਨਹੀਂ, ਰੱਬ ਦੇ ਨਾਮ ਦੇ ਵਿੱਚ ਵੀ ਸੰਤੋਖ ਆ। ਸੁੱਖ ਜਿਹੜਾ ਆ ਉਹ ਰੱਬ ਜੀ ਤੁਹਾਡਾ ਦਿੱਤਾ ਹੋਇਆ, ਸੁੱਖ ਤੇਰਾ ਦਿੱਤਾ ਲਈ ਹੈ, ਉਸਦੇ ਨਾਮ ਦੇ ਵਿੱਚ ਹੀ ਸਾਰਾ ਕੁਝ ਸਾਨੂੰ ਮਿਲ ਜਾਂਦਾ ਆ। ਹੁਣ ਮਾਇਆ ਦੇ ਕਰਕੇ ਹੀ ਤਾਂ ਸਾਧ ਸੰਗਤ ਜੀ ਗੁਰਬਾਣੀ ਦੇ ਵਿੱਚ ਸਾਨੂੰ ਭਾਈ ਸੱਤਾ ਤੇ ਭਾਈ ਬਲਵੰਡ ਦੀ ਜਿਹੜੀ ਆ ਸਾਨੂੰ ਸਾਖੀ ਮਿਲਦੀ ਆ। ਉਹ ਆਖਦੇ ਨੇ ਕਿ ਗੁਰੂ ਪਾਤਸ਼ਾਹ ਜੀ ਸਾਡੇ ਸੋਹਣੀ ਆਵਾਜ਼ ਕਰਕੇ, ਸਾਡੀ ਆਪਣੀ ਕਲਾ ਕਰਕੇ, ਸਾਡੇ ਆਰਟ ਕਰਕੇ ਤੁਹਾਡੇ ਕੋਲ ਸੰਗਤ ਆਉਂਦੀ ਆ। ਮਾਇਆ ਆ ਗਈ ਨਾ ਵਿੱਚ, ਕਿਉਂਕਿ ਗੁਰੂ ਪਾਤਸ਼ਾਹ ਨੂੰ ਬੋਲ ਕੇ ਉਹ ਚਲੇ ਜਾਂਦੇ ਨੇ। ਮਾਇਆ ਦਾ ਪ੍ਰਭਾਵ ਜਿਹੜਾ ਆ ਉਹ ਮਨੁੱਖ ਤੋਂ ਦੂਰ ਵੀ ਕਰ ਦਿੰਦਾ ਆ, ਗੁਰੂ ਤੋਂ ਵੀ ਦੂਰ ਕਰ ਦਿੰਦਾ ਆ। ਪਰ ਗੁਰੂ ਬਖਸ਼ਿੰਦ ਨੇ, ਪਰ ਗੁਰੂ ਫਿਰ ਉਹਨਾਂ ਕੋਲ ਜਾਂਦੇ ਨੇ, ਉਹਨਾਂ ਨੂੰ ਆਪਣੇ ਗਲ ਨਾਲ ਲਾਉਂਦੇ ਨੇ, ਲੈ ਕੇ ਆਉਂਦੇ ਨੇ। ਸਾਧ ਸੰਗਤ ਜੀ, ਸਾਨੂੰ ਬਾਣੀ ਵਿੱਚੋਂ ਇਹ ਉਦਾਹਰਨਾਂ ਇਸ ਲਈ ਮਿਲਦੀਆਂ ਨੇ ਕਿਉਂਕਿ ਅਸੀਂ ਇੱਕ ਹਿਊਮਨ ਬੀਇੰਗਸ ਆ, ਸਾਡਾ ਹਿਊਮਨ ਨੇਚਰ ਆ। ਸਾਡੇ ਆਪਣੇ ਸੁਭਾਅ ਕਰਕੇ, ਉਸ ਮਾਇਆ ਦੇ ਕਰਕੇ ਅਸੀਂ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਆ। ਪਰ ਮਾਇਆ ਜਦੋਂ ਅਸੀਂ ਉਹਨੂੰ ਸਮਝ ਲੈਂਦੇ ਹਾਂ, ਅਸਲ ਦੇ ਵਿੱਚ ਮਾਇਆ ਹੀ ਆ ਜਿਹੜੀ ਮੈਨੂੰ ਦੂਜੇ ਤੋਂ ਦੂਰ ਕਰਦੀ ਆ। ਪਰ ਜਦੋਂ ਅਸੀਂ ਉਹਨੂੰ ਅੰਡਰਸਟੂਡ ਕਰਦੇ ਹਾਂ, ਉਹਨੂੰ ਸਮਝ ਲੈਂਦੇ ਹਾਂ, ਤਾਂ ਸਾਧ ਸੰਗਤ ਜੀ ਫਿਰ ਸਾਨੂੰ ਅਸਲ 'ਚ ਪਤਾ ਲੱਗ ਜਾਂਦਾ ਕਿ ਮੇਰਾ ਇਸ ਸੰਸਾਰ ਤੇ ਆਉਣ ਦਾ ਜਿਹੜਾ ਪਰਪਸ ਹੈ ਨਾ, ਉਹ ਅਸਲ 'ਚ ਕੀ ਸੀ। ਤੇ ਕੁਲਦੀਪ ਜੀ, ਸਾਨੂੰ ਇਸ ਬਾਰੇ ਵੀ ਥੋੜੀ ਵਿਚਾਰ ਕਰੋ ਕਿ ਜਿਹੜੀ ਮਾਇਆ ਆ ਤੇ ਉਹ ਸਾਡੇ ਮਨ ਦੇ ਉੱਤੇ ਕਿੱਦਾਂ ਪ੍ਰਭਾਵ ਪਾਉਂਦੀ ਆ। ਹਾਂਜੀ ਬਿਲਕੁਲ ਜੀ, ਹੁਣੇ ਤੁਸੀਂ ਇੱਕ ਪੰਕਤੀ ਬੋਲੀ ਸੀ ਗੁਰੂ ਸਾਹਿਬ ਦੀ, ਮਾਇਆ ਧਾਰੀਅਤ ਅੰਨਾ ਮੂਲਾ, ਅੱਖਾਂ ਬੰਦ ਕੰਨ ਬੰਦ ਹੋ ਜਾਂਦੇ ਨੇ ਜੀ, ਸੁਣਦਾ ਕਿਸੇ ਦੀ ਨਹੀਂ ਜੀ। ਕਹਿੰਦੇ ਇੱਕ ਛੋਟੀ ਜੀ ਨਾ ਮੈਂ ਇੱਕ ਐਗਜ਼ਾਮਪਲ ਦਵਾਂਗਾ। ਛੋਟੀ ਜੀ ਕਹਾਣੀ ਹੈ ਜੀ, ਕਿਉਂਕਿ ਕਹਾਣੀਆਂ ਜਿਹੜੀਆਂ ਨੇ ਨਾ ਉਹਨਾਂ ਦੇ ਰਾਹੀਂ ਸਮਝ ਛੇਤੀ ਪੈ ਜਾਂਦੀ ਹੈ, ਪ੍ਰਭਾਵ ਕਿਵੇਂ ਪੈਂਦਾ ਜੀ ਮਾਇਆ ਦਾ। ਕਹਿੰਦੇ ਇੱਕ ਬੰਦੇ ਨੂੰ ਹੀਰਾ ਲੱਭ ਗਿਆ ਜੀ, ਡਾਇਮੰਡ ਹੀਰਾ ਲੱਭ ਗਿਆ, ਉਹਨੇ ਘਰ ਲਿਆ ਕੇ ਰੱਖਿਆ। ਤੇ ਉਹਦੇ ਘਰ ਦੇ ਵਿੱਚ ਨੇ ਕਹਿੰਦੇ ਚੂਹਾ ਆਇਆ, ਚੂਹਾ ਜੀ, ਤੇ ਜਿੱਥੇ ਉਹ ਹੀਰਾ ਪਿਆ ਸੀ ਨਾ ਜੀ, ਉਹ ਚੂਹਾ ਖਾ ਗਿਆ। ਬੰਦੇ ਨੇ ਵੇਖ ਲਿਆ ਕਿ ਉਹਨੇ ਨਿਗਲ ਲਿਆ, ਚੂਹੇ ਨੇ ਨਿਗਲ ਲਿਆ, ਤੇ ਹੁਣ ਉਹ ਚੂਹੇ ਦੇ ਪਿੱਛੇ ਪਿੱਛੇ ਦੌੜਾ ਤੇ ਨਹੀਂ ਫੜਿਆ ਗਿਆ ਜੀ। ਕਹਿੰਦੇ ਉਹਨੇ ਸ਼ਿਕਾਰੀ ਬੁਲਾਇਆ, ਕਹਿੰਦਾ ਵੀ ਮੇਰੇ ਕੋਲ ਤੇ ਗੱਲ ਨਹੀਂ ਬਣੀ, ਹੁਣ ਸ਼ਿਕਾਰੀ ਨੂੰ ਬੁਲਾਵਾਂ ਮੈਂ, ਤੇ ਉਹ ਸ਼ਾਇਦ ਉਹ ਕੁਝ ਕਰ ਸਕੇ, ਕੀਮਤੀ ਹੈ। ਉਹ ਬੁਲਾਇਆ ਤੇ ਉਹ ਕਹਿੰਦੇ ਜਿੱਧਰਲੇ ਬੰਨੇ ਚੂਹਾ ਗਿਆ ਸੀ, ਉਧਰਲੇ ਬੰਨੇ ਜਾ ਕੇ ਦੇਖੋ ਕਈ ਚੂਹੇ ਨੇ ਜੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚੂਹੇ ਬੈਠੇ ਹੋਏ ਨੇ। ਹੁਣ ਪਤਾ ਨਾ ਲੱਗੇ ਵੀ ਕਿਹੜਾ। ਦੇਖਦੇ ਨਾ ਜੀ, ਸ਼ਿਕਾਰੀ ਦੀ ਨਜ਼ਰ ਇੱਕ ਚੂਹੇ ਦੇ ਉੱਤੇ ਪਈ, ਕੋਈ ਇਕੱਲਾ ਹੀ ਬੈਠਾ ਹੋਇਆ ਸੀ ਕਾਰਨਰ ਜੀ ਦੇ ਵਿੱਚ। ਤੇ ਉਹ ਸ਼ਿਕਾਰੀ ਨੇ ਨਾ ਜੀ ਉਹਦੇ ਕੁਝ ਵੀ ਕਹਿ ਲਈਏ, ਗੋਲੀ ਮਾਰੀ ਜਾਂ ਕੁਝ ਵੀ, ਕਿਸੇ ਵੀ ਤਰੀਕੇ ਦੇ ਨਾਲ ਉਸ ਚੂਹੇ ਨੂੰ ਮਾਰਿਆ, ਉਹਦੇ ਵਿੱਚ ਉਹ ਹੀਰਾ ਨਿਕਲ ਆਇਆ। ਉਹ ਜਿਸ ਦਾ ਹੀਰਾ ਸੀ ਨਾ, ਉਹਨੇ ਉਹਨੂੰ ਪੁੱਛਿਆ, ਕਹਿੰਦਾ ਵੀ ਇੰਨੇ ਚੂਹਿਆਂ ਦੇ ਵਿੱਚੋਂ ਤੈਨੂੰ ਕਿਵੇਂ ਪਤਾ ਲੱਗਾ ਕਿ ਉਹ ਹੀਰਾ ਜਿਹੜਾ ਵਾ ਉਹਨੇ ਖਾਧਾ ਹੋਇਆ, ਨਿਕਲਿਆ ਹੋਇਆ। ਕਹਿੰਦਾ ਭਾਈ ਗੱਲ ਇਹ ਆ ਕਿ ਜਿਹਦੇ ਕੋਲ ਥੋੜੀ ਜਿਹੀ ਮਾਇਆ ਆ ਜਾਂਦੀ ਹੈ ਨਾ, ਉਹ ਆਪਣੇ ਆਪ ਨੂੰ ਵੱਖਰਾ ਸਮਝਣਾ ਸ਼ੁਰੂ ਹੋ ਜਾਂਦਾ, ਉਹ ਦੁਨੀਆ ਦੇ ਨਾਲੋਂ ਅਲੱਗ ਹੋ ਜਾਂਦਾ। ਉਹ ਤਾਂ ਕਿਸੇ ਨੂੰ ਸਮਝਦਾ ਹੀ ਕੁਝ ਨਹੀਂ ਜੀ। ਉਹ ਕਹਿੰਦਾ ਬਸ ਮੈਂ ਹੀ ਬਾਦਸ਼ਾਹ, ਮੇਰੇ ਤੋਂ ਬਾਕੀ ਸਭ ਥੱਲੇ ਨੇ। ਹਾਂਜੀ, ਤੇ ਇੱਕ ਹੋਰ ਗੱਲ ਵੀ ਹੈ ਜੀ, ਜਿਵੇਂ ਆਪਾਂ ਪੰਜਾਬ ਦੇ ਵਿੱਚ ਮਾਇਆ ਕਹਿੰਦੇ ਪੱਗ ਨੂੰ ਲਾਈ ਜਾਂਦੀ ਮਾਇਆ, ਇੱਥੇ ਮੇਰੇ ਖਿਆਲ ਕਾਂਜੀ ਕਹਿੰਦੇ ਨੇ ਜੀ, ਸਿੰਗਾਪੁਰ ਚ ਕਾਂਜੀ ਕਹਿੰਦੇ ਨੇ। ਉਹ ਕਿਸੇ ਸਿਆਣੇ ਨੇ ਬੜੀ ਪਿਆਰੀ ਗੱਲ ਲਿਖੀ ਜੀ, ਕਹਿੰਦਾ ਮਾਇਆ ਪੱਗ ਨੂੰ ਲੱਗੇ ਪੱਗ ਆਕੜ ਜਾਂਦੀ ਹੈ, ਮਾਇਆ ਬੰਦੇ ਨੂੰ ਲੱਗੇ ਬੰਦਾ ਵੀ ਆਕੜ ਜਾਂਦਾ ਹੈ। ਬਿਲਕੁਲ ਜੀ, ਗੱਲ ਕਹਾਣੀ ਇੰਨੀ ਕੀ ਹੈ ਜੀ, ਜਿਹਦੇ ਕੋਲ ਮਾਇਆ ਆ ਜਾਂਦੀ ਹੈ ਨਾ, ਪ੍ਰਭਾਵ ਐਸਾ ਪੈਂਦਾ ਹੈ, ਉਹ ਸਮਝਦਾ ਕੁਝ ਨਹੀਂ ਜੀ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਮਾਇਆ ਧਾਰੀਆ ਅੰਨਾ ਮੂਲਾ, ਸ਼ਬਦ ਨਾ ਸੁਣੀ ਬਹਰੋਲ ਕਚੋਲਾ। ਕਹਿੰਦੇ ਉਹ ਸੁਣਦਾ ਹੀ ਨਹੀਂ, ਨਾ ਉਹਨੂੰ ਦੇਖ ਨਜ਼ਰ ਕੁਝ ਆਉਂਦਾ ਹੈ, ਆਪਣਾ ਪਰਾਏ ਦੀ ਉਹਨੂੰ ਪਹਿਚਾਣ ਭੁੱਲ ਜਾਂਦੀ ਹੈ, ਬਸ ਮੈਂ ਅੱਗੇ ਰਹਿ ਜਾਂਦਾ। ਸੋ ਇਹਨਾਂ ਤਰੀਕਿਆਂ ਦੇ ਨਾਲ ਗੁਰੂ ਸਾਹਿਬ ਨੇ ਬੜਾ ਇੱਕ ਬਚਨ ਹੈ ਜੀ, ਬੜਾ ਪਿਆਰਾ ਗੁਰੂ ਸਾਹਿਬ ਦਾ ਬਾਣੀ ਚ, ਉੱਥੇ ਤਾਂ ਇਹ ਵੀ ਗੱਲ ਨਾਲ ਕਹਿ ਦਿੱਤੀ, ਕਹਿੰਦੇ ਜਿਹੜਾ ਮਾਇਆ ਦੇ ਵਿੱਚ ਫਸ ਗਿਆ ਨਾ ਜੀ, ਜਿਹਦੇ ਮਨ ਨੂੰ ਇਸ ਮਾਇਆ ਨੇ ਠੱਗ ਲਿਆ, ਕਿਉਂਕਿ ਠੱਗਣੀ ਆ, ਠੱਗ ਲਿਆ ਜਿਸ ਨੂੰ, ਉਹਦੀ ਹਾਲਤ ਪਤਾ ਕੀ ਹੁੰਦੀ ਹੈ। ਕਹਿੰਦੇ ਜੋ ਭਲਾਈ ਸੋ ਬੁਰਾ ਜਾਣੇ। ਜੇਕਰ ਕੋਈ ਉਹਦੇ ਭਲੇ ਦੀ ਗੱਲ ਵੀ ਕਰਦਾ ਨਾ, ਕਹਿੰਦਾ ਨਹੀਂ ਤੂੰ ਮੇਰਾ ਬੁਰਾ ਹੀ ਕਰਦਾ, ਤੂੰ ਕੌਣ ਹੁੰਦਾ ਮੇਰੇ ਬਾਰੇ ਇੰਨੀ ਗੱਲ ਕਹਿਣ ਵਾਲਾ, ਜੋ ਮੈਂ ਕਰਦਾ ਮੈਂ ਚੰਗਾ ਕਰਦਾ, ਮੈਂ ਠੀਕ ਕਰਦਾ। ਜੋ ਭਲਾਈ
ਸੋ ਬੁਰਾ ਜਾਣੈ ਸਾਚ ਕਹੈ ਸੋ ਵਿਖੈ ਸਮਾਨ। ਸੱਚ ਨੂੰ ਉਹ ਜ਼ਹਿਰ ਦੇ ਬਰਾਬਰ ਸਮਝਦਾ ਹੈ ਜੀ। ਉਹ ਸੱਚ ਸੁਣਨਾ ਕਿੱਥੇ ਪਸੰਦ ਕਰਦਾ। ਜਦੋਂ ਉਹਨੂੰ ਦੱਸਿਆ ਜਾਂਦਾ ਨਾ ਕਿ ਕਾਕਾ ਤੂੰ ਹੰਕਾਰ ਦੇ ਵਿੱਚ ਆਣ ਕੇ ਤੇ ਆਪਣੇ ਪਰਿਵਾਰ ਆਪਣੇ ਮਿੱਤਰਾਂ ਦੇ ਨਾਲ ਦੂਰ ਹੁੰਦਾ, ਉਹ ਕਿੱਥੇ ਸੁਣਦਾ ਹੈ ਜੀ। ਉਹਨੂੰ ਤੇ ਇਹੋ ਜਿਹੇ ਵਰਡ ਜਿਹੜੇ ਨੇ ਨਾ ਸੱਚ ਵਾਲੇ, ਉਹ ਜ਼ਹਿਰ ਦੇ ਸਮਾਨ ਲੱਗਦੇ ਨੇ। ਗੁਰੂ ਸਾਹਿਬ ਕਹਿੰਦੇ ਜਾਣੈ ਨਾਹੀ ਜੀਤ ਅਰ ਹਾਰ, ਇਹ ਵਾਲੇਵਾ ਸਾਕਤ ਸੰਸਾਰ। ਗੁਰੂ ਸਾਹਿਬ ਕਹਿੰਦੇ ਜੋ ਹਲਾਹਲ ਸੋ ਪੀਵੇ ਬੌਰਾ। ਹਲਾਹਲ ਕਹਿੰਦੇ ਨੇ ਜੀ ਜ਼ਹਿਰ ਨੂੰ। ਕਹਿੰਦੇ ਇਹ ਜ਼ਹਿਰ ਪੀ ਜਾ ਰਿਹਾ ਬੰਦਾ। ਜ਼ਹਿਰ ਤੋਂ ਇੱਕ ਬਾਬਾ ਫਰੀਦ ਜੀ ਦਾ ਸਲੂਕ ਯਾਦ ਆ ਗਿਆ ਜੀ। ਬਾਬਾ ਫਰੀਦ ਜੀ ਕਹਿੰਦੇ ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ। ਇਹ ਸੰਸਾਰ ਦੇ ਪਦਾਰਥ ਧਨ ਦੌਲਤ ਨਾ ਜਿਹੜੀ, ਇਹ ਗੰਦਲਾਂ, ਗੰਦਲ ਲਫ਼ਜ਼ ਜਿਹੜਾ ਜੀ ਤੁਹਾਨੂੰ ਪਤਾ ਹੈ ਸਾਗ ਦੀਆਂ ਗੰਦਲਾਂ ਹੈ ਨਾ ਜੀ। ਕਹਿੰਦੇ ਖੰਡ ਦੇ ਵਿੱਚ ਲਵੇੜ ਕੇ ਰੱਖੀਆਂ ਹੋਈਆਂ। ਇਹ ਪਦਾਰਥ, ਇਹ ਮਾਇਆ ਸਾਨੂੰ ਮਿੱਠੀ ਲੱਗਦੀ ਹੈ ਨਾ ਜੀ, ਚੰਗੀ ਲੱਗਦੀ ਹੈ। ਤੇ ਬਾਬਾ ਫਰੀਦ ਜੀ ਕਹਿੰਦੇ ਖੰਡ ਦੇ ਵਿੱਚ ਲਵੇੜ ਕੇ ਰੱਖੀਆਂ ਹੋਈਆਂ ਨੇ, ਹੈ ਕੌੜੀਆਂ, ਖੰਡ 'ਚ ਲਵੇੜ ਕੇ ਰੱਖੀਆਂ। ਬੰਦਾ ਬੜੇ ਸ਼ੌਂਕ ਦੇ ਨਾਲ ਖਾਂਦਾ ਹੈ, ਬੜੇ ਸ਼ੌਂਕ ਦੇ ਨਾਲ ਇਕੱਠਾ ਕਰਦਾ ਹੈ, ਤੇ ਐਸਾ ਇਹਦੇ ਵਿੱਚ ਫਸਦਾ ਹੈ। ਫਿਰ ਕੀ ਹੁੰਦਾ, ਕਹਿੰਦੇ ਜੋ ਹਲਾਹਲ ਸੋ ਪੀਵੇ ਬੌਰਾ। ਇਹ ਜ਼ਹਿਰ ਰੂਪੀ ਮਾਇਆ ਨੂੰ ਬੜੇ ਸ਼ੌਂਕ ਦੇ ਨਾਲ ਪੀ ਜਾ ਰਿਹਾ, ਇਕੱਠੀ ਕਰੀ ਜਾ ਰਿਹਾ। ਅੰਮ੍ਰਿਤ ਨਾਮ ਜਾਣੈ ਕਰ ਕੌਰਾ। ਅੰਮ੍ਰਿਤ ਕੌਰਾ ਦਿਖਿਆ ਮਿੱਠੀ। ਇਹ ਪਰਮਾਤਮਾ ਦਾ ਨਾਮ ਇਹਨੂੰ ਕੌੜਾ ਲੱਗਣ ਲੱਗ ਪੈਂਦਾ ਹੈ, ਇਹ ਮਾਇਆ ਜਿਹੜੀ ਹੈ ਨਾ ਇਹ ਮਿੱਠੀ ਲੱਗਣ ਲੱਗ ਪੈਂਦੀ ਹੈ। ਸੋ ਇਹ ਮਨ ਨੂੰ ਇਸ ਤਰੀਕੇ ਦੇ ਨਾਲ ਠੱਗ ਲੈਂਦੀ ਹੈ ਜੀ। ਸੱਚ ਚੰਗਾ ਨਹੀਂ ਲੱਗਦਾ, ਰੱਬ ਦਾ ਨਾਂ ਚੰਗਾ ਨਹੀਂ ਲੱਗਦਾ, ਗੁਰੂ ਦੀ ਬਾਣੀ ਚੰਗੀ ਨਹੀਂ ਲੱਗਦੀ, ਪੜ੍ਹਨ ਨੂੰ ਜੀ ਨਹੀਂ ਕਰਦਾ। ਬਾਣੀ ਪੜ੍ਹ ਲਿਆ ਕਰ, ਕਿਤੇ ਪੜ੍ਹ ਲਾਂਗੇ ਗਿਆਨੀ ਜੀ, ਬੜੀ ਇਹ ਉਮਰ ਪਈ ਹੈ। ਇਹਦਾ ਮਤਲਬ ਇਹ ਨਿਸ਼ਾਨੀ ਹੈ ਕਿ ਮਾਇਆ ਨੇ ਇਹਨੂੰ ਆਪਣੇ ਜਾਲ ਦੇ ਵਿੱਚ ਫਸਾ ਲਿਆ ਜੀ, ਠੱਗ ਲਿਆ। ਇਸ ਤਰੀਕੇ ਦੇ ਨਾਲ ਮਾਇਆ ਜਿਹੜੀ ਹੈ ਨਾ ਜੀ, ਇਹ ਮਨ ਦੇ ਉੱਤੇ ਪ੍ਰਭਾਵ ਪਾਉਂਦੀ ਹੈ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਇਹ ਤੋਂ ਬਚਣਾ ਜ਼ਰੂਰੀ ਹੈ। ਤੇ ਜਿਹੜਾ ਬਚ ਜਾਂਦਾ ਹੈ ਉਹ ਫਿਰ ਇਹਨੂੰ ਕੰਟਰੋਲ ਦੇ ਵਿੱਚ ਰੱਖਦਾ ਹੈ। ਹਾਂਜੀ ਜੀ, ਬਿਲਕੁਲ ਜੀ। ਕਿਉਂਕਿ ਜਿੱਦਾਂ ਗਿਆਨੀ ਜੀ ਨੇ ਦੱਸਿਆ ਸੀ ਕਿ ਜਿਹੜੀ ਮਾਇਆ ਆ ਜਦੋਂ ਮਨੁੱਖ ਦੇ ਕੋਲ ਆ ਜਾਂਦੀ ਆ, ਉਹ ਆਖਦਾ ਹੈ ਕਿ ਮੈਂ ਵੱਡਾ ਹੋ ਗਿਆ ਆ ਸੰਸਾਰ ਦੇ ਵਿੱਚ, ਕਿਉਂਕਿ ਮੇਰੇ ਕੋਲ ਪੈਸਾ ਆ। ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਇਹ ਜੋ ਸਾਨੂੰ ਪੈਸਾ ਦਿੱਤਾ ਆ, ਜੋ ਅਸੀਂ ਐਫਰਟਸ ਕਰਦੇ ਹਾਂ, ਇਹ ਸਾਧ ਜੀ ਬੇਸਿਕ ਨੀਡਸ ਨੂੰ ਪੂਰੀਆਂ ਕਰਨ ਦੇ ਲਈ ਕਰਦੇ ਹਾਂ ਅਸੀਂ। ਕਿਉਂਕਿ ਸਾਡੇ ਇਸ ਸਰੀਰ ਨੂੰ ਇੱਕ ਪੇਟ ਲੱਗਾ ਹੋਇਆ, ਉਸਨੂੰ ਪੂਰਾ ਕਰਨ ਦੇ ਲਈ ਨਾ, ਤੇ ਅਸੀਂ ਭੁੱਖ ਦੇ ਲਈ, ਆਪਣੇ ਪਰਿਵਾਰ ਨੂੰ ਪਾਲਣ ਦੇ ਲਈ, ਬੱਚਿਆਂ ਦੀ ਟੇਕ ਕੇਅਰ ਕਰਨ ਦੇ ਲਈ, ਫੈਮਿਲੀ ਨੂੰ ਸੰਭਾਲਣ ਦੇ ਲਈ, ਪੇਰੈਂਟਸ ਨੂੰ, ਆਪਣੇ ਆਪ ਨੂੰ, ਇਹ ਅਸੀਂ ਕਰਨਾ ਆ। ਸਾਡਾ ਨਿਸ਼ਾਨਾ ਵੀ ਇਹੀ ਹੈ ਨਾ, ਹਾਥ ਪਾਉ ਕਰ ਕਾਮ ਸਾਧੋ ਚੀਤਨ ਰੰਜਨ ਨਾਲ। ਸਾਡਾ ਕੰਸੈਪਟ ਵੀ ਇਹੋ ਆ। ਪਰ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਮੈਂ ਵੱਡਾ ਹੋ ਗਿਆ, ਉਦੋਂ ਕਿਤੇ ਨਾ ਕਿਤੇ ਮਾਇਆ ਸਾਡੇ ਤੇ ਅਸਰ ਕਰਦੀ ਹੈ। ਪਰ ਵੱਡਾ ਜਿਹੜਾ ਆ ਇਸ ਸ੍ਰਿਸ਼ਟੀ ਤੇ ਗੁਰੂ ਨੇ ਸਾਨੂੰ ਬਹੁਤ ਵੱਡੀ ਜਿਹੜੀ ਆ ਉਹ ਸਰਦਾਰੀ ਬਖਸ਼ੀ ਆ। ਜਿੱਦਾਂ ਗੁਰੂ ਜੀ ਨੇ ਆਖਿਆ, ਸਿੱਖਦਾਰ ਆਖਿਆ ਸਾਨੂੰ ਵੀ ਬਹੁਤ ਵੱਡੀ ਗੁਰੂ ਦੀ ਬਖਸ਼ਿਸ਼ ਆ, ਤੈਨੂੰ ਮਨੁੱਖਾ ਜੀਵਨ ਮਿਲਿਆ ਹੈ ਪਰਮਾਤਮਾ ਦੀ ਪ੍ਰਾਪਤੀ ਦੇ ਲਈ। ਪਰ ਆਪਣੇ ਆਪ ਨੂੰ ਵੱਡਾ ਸਮਝਣਾ, ਇਹ ਕਿਤੇ ਨਾ ਕਿਤੇ ਮਾਇਆ ਸਾਡੇ ਤੇ ਅਸਰ ਕਰਦੀ ਆ। ਗੁਰੂ ਪਾਤਸ਼ਾਹ ਕਹਿੰਦੇ ਜੇ ਤੂੰ ਵੱਡਾ ਬਣਨਾ ਚਾਹੁੰਦਾ ਆ ਤੇ ਬਣ ਸਕਦਾ ਹੈ ਇਸ ਦੁਨੀਆ ਦੇ ਉੱਤੇ। ਗੁਰੂ ਪਾਤਸ਼ਾਹ ਜੀ ਨੇ ਆਖਿਆ ਨਾ, ਵੱਡੇ ਵੱਡੇ ਜੋ ਦੀਸੈ ਲੋਗ ਤਿਨਕੋ ਵਿਆਪੈ ਚਿੰਤਾ ਰੋਗ। ਕੌਣ ਵੱਡਾ? ਮਾਇਆ ਵਡਿਆਈ। ਫਿਰ ਗੁਰੂ ਜੀ ਨੇ ਆਨਸਰ ਕੀਤਾ ਕਿ ਕਹਿੰਦੇ ਤੂੰ ਵੱਡਾ ਬਣ ਸਕਦਾ ਆ, ਸੋ ਵੱਡਾ ਜਿਨ ਰਾਮ ਲਿ ਬੁਲਾਈ। ਕਹਿੰਦੇ ਤੈਨੂੰ ਮੈਂ ਵੱਡਾ ਬਣਨ ਤੋਂ ਨਹੀਂ ਰੋਕਦਾ, ਪਰ ਤੂੰ ਨਾਲ ਨਾਲ ਪਰਮਾਤਮਾ ਦੀ ਭਗਤੀ ਵੀ ਕਰ, ਪਰਮਾਤਮਾ ਨੂੰ ਸਿਮਰਿਆ ਵੀ ਕਰ, ਫਿਰ ਤੂੰ ਵੱਡਾ ਬਣ ਜਾਵੇਂਗਾ। ਬਿਲਕੁਲ ਜੀ। ਤੇ ਹੁਣ ਕੁਲਦੀਪ ਜੀ, ਅਸੀਂ ਕਿਉਂਕਿ ਸੰਸਾਰ ਦੇ ਉੱਤੇ ਜਿੱਤਣ ਲਈ ਆਏ ਹਾਂ, ਤੇ ਹੁਣ ਸਾਨੂੰ ਇਹ ਵੀ ਦੱਸ ਦਿਓ ਕਿ ਮਾਇਆ ਦੇ ਉੱਤੇ ਅਸੀਂ ਜਿੱਤ ਕਿੱਦਾਂ ਪ੍ਰਾਪਤ ਕਰ ਸਕਦੇ ਹਾਂ। ਬਿਲਕੁਲ ਜੀ। ਵੈਸੇ ਜੇਕਰ ਇਸ ਮਾਇਆ ਨੂੰ ਜਿੱਤਣਾ ਇੰਨਾ ਹੀ ਸੌਖਾ ਹੁੰਦਾ ਨਾ ਤੇ ਹਰ ਕੋਈ ਚੈਂਪੀਅਨ ਹੁੰਦਾ ਜੀ। ਜਿਹੜੀ ਦੋ ਟੀਮਾਂ ਖੇਡਦੀਆਂ ਨੇ ਜੀ, ਜੇਕਰ ਐਡਾ ਈਜ਼ੀ ਹੁੰਦਾ ਤੇ ਫਿਰ ਦੁਨੀਆ ਦੇ ਵਿੱਚ ਸਾਰੇ ਚੈਂਪੀਅਨ ਹੀ ਤੁਰੇ ਫਿਰਦੇ। ਲੂਜ਼ਰ ਤੇ ਕੋਈ ਹੁੰਦਾ ਹੀ ਨਾ, ਫਿਰ ਹਾਰਿਆ ਹੋਇਆ ਤਾਂ ਕੋਈ ਹੁੰਦਾ, ਸਾਰੇ ਜਿੱਤੇ ਹੁੰਦੇ। ਸੋ ਕੋਈ ਵੀ ਚੀਜ਼ ਹੈ ਜੀ, ਉਹਦੇ ਵਾਸਤੇ ਥੋੜੀ ਜਿਹੀ ਮਿਹਨਤ ਤਾਂ ਕਰਨੀ ਪੈਂਦੀ। ਜਿੱਥੇ ਮਿਹਨਤ ਕਰਨੀ ਪੈਂਦੀ ਹੈ ਉੱਥੇ ਨਾਲ ਨਾਲ ਉਹਦੀ ਕਿਰਪਾ, ਮਾਲਕ ਦੀ ਕਿਰਪਾ ਬੜੀ ਜ਼ਰੂਰੀ ਹੈ। ਉਹਦੀ ਕਿਰਪਾ ਤੋਂ ਬਿਨਾਂ ਕੁਝ ਵੀ ਨਹੀਂ। ਸੋ ਇਸੇ ਕਰਕੇ ਬਾਣੀ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਜੀ ਕਿ ਗੁਰੂ ਸਾਹਿਬ ਨੇ ਜਿੱਥੇ ਇਸ ਮਾਇਆ ਦਾ ਸਾਨੂੰ ਸਮਝਾਇਆ ਹੈ ਕਿ ਕਿਸ ਤਰ੍ਹਾਂ ਦੀ ਹੈ, ਕਿਵੇਂ ਇਹ ਆਪਣੇ ਜਾਲ 'ਚ ਫਸਾਉਂਦੀ ਹੈ, ਕੀ ਮਨ ਦੇ ਉੱਤੇ ਪ੍ਰਭਾਵ ਪੈਂਦਾ ਹੈ, ਫਿਰ ਇਨਸਾਨ ਦੀ ਹਾਲਤ ਕਿਸ ਤਰ੍ਹਾਂ ਦੀ ਹੋ ਜਾਂਦੀ ਹੈ। ਉਹਦੇ ਨਾਲ ਨਾਲ ਸਾਨੂੰ ਇਹ ਵੀ ਗੱਲ ਸਮਝਾ ਦਿੱਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੜੀ ਵੱਡੀ ਖਾਸੀਅਤ ਹੈ ਜੀ। ਆਪਾਂ ਜਿੰਨਾ ਸ਼ੁਕਰਾਨਾ ਗੁਰੂ ਸਾਹਿਬ ਦਾ ਕਰੀਏ ਨਾ ਉਨਾ ਹੀ ਥੋੜਾ। ਜਿੱਥੇ ਸਾਨੂੰ ਗੁਰੂ ਸਾਹਿਬ ਨੇ ਪ੍ਰੋਬਲਮਸ ਬਾਰੇ ਦੱਸਿਆ ਨਾ ਕਿ ਇਹ ਪ੍ਰੋਬਲਮ ਹੈ, ਆਤਮਿਕ ਜੀਵਨ ਦੇ ਵਿੱਚ ਆਉਂਦੀ ਹੈ,
ਤੇ ਜਿੱਥੇ ਆਤਮਿਕ ਜੀਵਨ ਦੇ ਵਿੱਚ ਬੰਦਾ ਹੇਠਾਂ ਚਲਾ ਜਾਂਦਾ ਹੈ, ਉੱਥੇ ਸੰਸਾਰਿਕ ਤੌਰ ਤੇ ਵੀ ਉਹ ਆਪਣਿਆਂ ਦੇ ਨਾਲੋਂ ਦੂਰ ਹੋ ਜਾਂਦਾ ਹੈ। ਉਸ ਪ੍ਰੋਬਲਮ ਨੂੰ ਦੱਸਣ ਤੋਂ ਬਾਅਦ ਉਹਦਾ ਇਲਾਜ ਵੀ ਗੁਰੂ ਸਾਹਿਬ ਨੇ ਦੱਸ ਦਿੱਤਾ ਕਿ ਇਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ। ਹੁਣ ਜੇਕਰ ਮਾਇਆ ਬਾਰੇ ਸਾਨੂੰ ਇੰਨਾ ਕੁਝ ਦੱਸਿਆ ਬਾਣੀ ਚ ਗੁਰੂ ਸਾਹਿਬ ਨੇ, ਤੇ ਫਿਰ ਇਹਦਾ ਇਲਾਜ ਵੀ ਦੱਸਿਆ ਕਿ ਕਿਵੇਂ ਇਹਨੂੰ ਜਿੱਤਿਆ ਜਾ ਸਕਦਾ ਹੈ, ਕਿਸ ਤਰੀਕੇ ਦੇ ਨਾਲ ਇਹਦੇ ਉੱਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ। ਤੇ ਉਹਦੇ ਵਾਸਤੇ ਗੁਰੂ ਸਾਹਿਬ ਕਹਿੰਦੇ ਜਿਹੜਾ ਤਾਂ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ, ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ, ਏਦਾਂ ਕਹਿ ਲਈਏ ਕਿ ਉਸਨੇ ਇਸ ਮਾਇਆ ਨੂੰ ਜਿੱਤ ਲਿਆ। ਤੇ ਜੇਕਰ ਭਾਈ ਗੁਰਦਾਸ ਜੀ ਨੂੰ ਆਪਾਂ ਪੁੱਛ ਲਈਏ ਕਿ ਭਾਈ ਸਾਹਿਬ ਜੀ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਇਸ ਮਾਇਆ ਨੂੰ ਜਿੱਤਿਆ ਜਾ ਸਕਦਾ ਹੈ, ਤੇ ਫਿਰ ਭਾਈ ਗੁਰਦਾਸ ਜੀ ਆਪਣੇ ਇੱਕ ਕਵਿਤ ਦੇ ਵਿੱਚ ਨਾ ਜੀ ਐਗਜ਼ਾਮਪਲਸ ਦੇ ਕੇ ਸਮਝਾਉਂਦੇ। ਕਹਿੰਦੇ ਜਿਸ ਤਰ੍ਹਾਂ ਕੱਪੜੇ ਮੈਲੇ ਹੋ ਜਾਣ, ਗੰਦੇ ਹੋ ਜਾਣ, ਜਪਜੀ ਸਾਹਿਬ ਦੇ ਵਿੱਚ ਵੀ ਐਗਜ਼ਾਮਪਲ ਆਪਾਂ ਪੜ੍ਹਦੇ ਨਾ ਜੀ, ਭਰੀਏ ਹੱਥ ਪੈਰ ਧੰਦੇ ਪਾਣੀ ਧੋਤੇ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਜੀ। ਸੋ ਭਾਈ ਸਾਹਿਬ ਕਹਿੰਦੇ ਕੱਪੜੇ ਗੰਦੇ ਹੋ ਜਾਣ, ਉਹਨਾਂ ਕੱਪੜਿਆਂ ਨੂੰ ਆਪਾਂ ਪਾਣੀ ਦੇ ਨਾਲ, ਸਾਬਣ ਦੇ ਨਾਲ ਧੋ ਸਕਦੇ ਹਾਂ ਜੀ। ਦੂਜੀ ਐਗਜ਼ਾਮਪਲ ਉਹਨਾਂ ਦਿੱਤੀ, ਕਹਿੰਦੇ ਪਾਣੀ ਖਲੋਤਾ ਹੋਵੇ ਨਾ ਇੱਕ ਜਗ੍ਹਾ, ਸਰੋਵਰ ਦਾ, ਤਲਾਬ ਦਾ ਪਾਣੀ ਇੱਕ ਜਗ੍ਹਾ ਖਲੋਤਾ ਹੈ, ਉਹਦੇ ਉੱਤੇ ਨਾ ਹਰਾ ਹਰਾ ਜਾਲਾ ਜਿਹਾ, ਜਿਹਨੂੰ ਐਲਗੀ ਬੋਲਦੇ ਨੇ ਜੀ, ਉਹ ਆ ਜਾਂਦਾ ਹੈ। ਤੇ ਜੇਕਰ ਉਹਨੂੰ ਆਪਾਂ ਹੱਥ ਦੇ ਨਾਲ ਥੋੜਾ ਜਿਹਾ ਹਿਲਾਵਾਂਗੇ, ਉਹ ਐਲਗੀ ਸਾਈਡ ਤੇ ਹੋ ਜਾਂਦੀ, ਥੱਲੇ ਸਾਫ਼ ਪਾਣੀ, ਪੀਣ ਯੋਗ ਪਾਣੀ ਜਿਹੜਾ ਨਾ ਉਹ ਨਿਕਲ ਆਉਂਦਾ। ਤੀਜੀ ਐਗਜ਼ਾਮਪਲ ਦਿੰਦੇ ਨੇ, ਕਹਿੰਦੇ ਜਿਸ ਤਰ੍ਹਾਂ ਰਾਤ ਨੂੰ ਹਨੇਰਾ ਹੁੰਦਾ ਹੈ, ਤਾਰੇ ਜਿਹੜੇ ਨੇ ਚਮਕਦੇ ਨੇ ਆਕਾਸ਼ ਦੇ ਵਿੱਚ, ਪਰ ਉਹ ਤਾਰੇ ਚਾਨਣ ਨਹੀਂ ਕਰ ਸਕਦੇ, ਚਮਕਦੇ ਜ਼ਰੂਰ ਪਏ ਨੇ, ਚਾਨਣ ਨਹੀਂ ਕਰ ਸਕਦੇ, ਪਰ ਜਦੋਂ ਸਵੇਰੇ ਸੂਰਜ ਨਿਕਲਦਾ ਹੈ ਨਾ, ਤੇ ਸਾਰੇ ਸੰਸਾਰ ਦੇ ਵਿੱਚ ਚਾਨਣ ਹੋ ਜਾਂਦਾ। ਬਿਲਕੁਲ ਇਸੇ ਤਰ੍ਹਾਂ ਲਾਸਟ ਪੰਕਤੀ ਦੇ ਵਿੱਚ ਉਹਨਾਂ ਨੇ ਗੱਲ ਕਹੀ, ਕਹਿੰਦੇ ਤੈਸੇ ਮਾਇਆ ਮੋਹ ਭ੍ਰਮ ਹੋਤ ਹੈ ਮਲੀਨ ਮਤ, ਸਤਿਗੁਰ ਗਿਆਨ ਧਿਆਨ ਜਗ ਮਗ ਜੋਤ। ਕਹਿੰਦੇ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ ਨਾ ਜੀ, ਜਿਹਨੇ ਗੁਰੂ ਦੇ ਸ਼ਬਦ ਨਾਲ ਆਪਣੇ ਮਨ ਨੂੰ ਜੋੜ ਲਿਆ, ਗੁਰੂ ਦੀ ਬਾਣੀ ਦੇ ਨਾਲ ਜਿਸਨੇ ਆਪਣੇ ਮਨ ਨੂੰ ਜੋੜ ਲਿਆ, ਫਿਰ ਕਹਿੰਦੇ ਉਹ ਜਗਮਗ ਜੋਤ ਹੈ, ਉਹਦੇ ਅੰਦਰ ਫਿਰ ਪ੍ਰਕਾਸ਼ ਹੋ ਜਾਂਦਾ। ਫਿਰ ਭਗਤ ਕਬੀਰ ਜੀ ਦਾ ਬਚਨ ਪੜ੍ਹ ਕੇ ਦੇਖ ਲਓ, ਕਹਿੰਦੇ ਮੈਂ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆਇਆ, ਜਿਵੇਂ ਪਹਿਲਾਂ ਵੀ ਮੈਂ ਬਚਨ ਸਾਂਝਾ ਕੀਤਾ ਸੀ, ਇੱਕ ਪੰਕਤੀ ਕਿ ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਭੇਸ, ਮਾਇਆ ਮੈਨੂੰ ਜਾਲ ਚ ਫਸਾਉਣ ਵਾਸਤੇ ਆਈ ਜੀ ਵੱਖ-ਵੱਖ ਤਰੀਕਿਆਂ ਦੇ ਨਾਲ, ਪਰ ਹਮ ਰਾਖੇ ਗੁਰ ਆਪਣੇ ਉਹਨ ਕੀਨੋ ਆਦੇਸ਼। ਕਹਿੰਦੇ ਮੈਨੂੰ ਮੇਰੇ ਗੁਰੂ ਨੇ ਰੱਖਿਆ ਹੈ, ਇਹ ਨਹੀਂ ਕਿਹਾ ਕਿ ਮੈਂ ਆਪਣੀ ਕੋਸ਼ਿਸ਼ ਦੇ ਨਾਲ ਉਹਦੇ ਉੱਤੇ ਜਿੱਤ ਪ੍ਰਾਪਤ ਕਰ ਲਈ, ਮੈਂ ਉਹਨੂੰ ਹਰਾ ਦਿੱਤਾ, ਨਹੀਂ। ਆਪਣੇ ਤੌਰ ਤੇ ਇਸ ਮਾਇਆ ਦੇ ਉੱਤੇ ਜਿੱਤ ਪ੍ਰਾਪਤ ਕਰਨੀ ਬੜੀ ਮੁਸ਼ਕਲ, ਨਹੀਂ ਹੋ ਸਕਦੀ, ਪਰ ਜੇਕਰ ਗੁਰੂ ਦਾ ਸਾਥ ਮਿਲ ਜਾਏ, ਫਿਰ ਕਬੀਰ ਸਾਹਿਬ ਕਹਿੰਦੇ ਫਿਰ ਇਹ ਮਾਇਆ ਨੂੰ ਵਸ ਦੇ ਵਿੱਚ ਕੀਤਾ ਜਾ ਸਕਦਾ ਹੈ। ਫਿਰ ਇਹੀ ਮਾਇਆ ਜਿਹੜੀ ਪਹਿਲਾਂ ਮੈਨੂੰ ਆਪਣੇ ਜਾਲ 'ਚ ਫਸਾਉਣਾ ਚਾਹੁੰਦੀ ਸੀ, ਹੁਣ ਉਹਨੇ ਕੀਨੋ ਆਦੇ ਉਹ ਨਮਸਕਾਰਾਂ ਕਰਦੀ ਪਈ ਹੈ। ਫਿਰ ਕੀ ਹੁੰਦਾ ਹੈ ਜੀ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਉਹ ਦਾਸੀ ਬਣ ਜਾਂਦੀ ਹੈ। ਸੋ ਗੁਰੂ ਸਾਹਿਬ ਨੇ ਤਰੀਕਾ ਦੱਸਿਆ, ਕਹਿੰਦੇ ਗੁਰੂ ਦੀ ਸ਼ਰਨ ਦੇ ਵਿੱਚ ਆ, ਅਨੇਕ ਯਤਨ ਨਹੀਂ ਹੋਤ ਛੁਟਾਰਾ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਤੂੰ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲੈ, ਕਹਿੰਦੇ ਤੇਰੇ ਕੋਲ ਏਦਾਂ ਮਾਇਆ ਦੇ ਕੋਲੋਂ ਜਿੱਤਿਆ ਨਹੀਂ ਜਾਣਾ। ਅਨੇਕ ਯਤਨ ਨਹੀਂ ਹੋਤ ਛੁਟਾਰਾ, ਬਹੁਤ ਸਿਆਣਪ ਆਗਲ ਭਾਰਾ। ਕਹਿੰਦੇ ਕਰਨਾ ਕੀ ਪਏਗਾ, ਹਰ ਕੀ ਸੇਵਾ ਨਿਰਮਲ ਹੇਤ ਪ੍ਰਭ ਕੀ ਦਰਗਾ ਸੋਭਾਸੀ। ਕਹਿੰਦੇ ਹਰੀ ਦੀ ਸੇਵਾ ਦੇ ਵਿੱਚ ਜੁੜ, ਸੇਵਾ ਦੇ ਵਿੱਚ ਜੁੜਨ ਦਾ ਮਤਲਬ ਉਹਦੀ ਯਾਦ ਵਿੱਚ ਜੁੜ ਜਾਣਾ, ਉਹਦਾ ਸ਼ੁਕਰਾਨਾ ਕਰਨਾ, ਉਹਦੇ ਅੱਗੇ ਅਰਦਾਸ ਬੇਨਤੀ ਕਰਨੀ, ਮੇਰੇ ਮਾਲਕ ਕਿਰਪਾ ਕਰ। ਤੇ ਜਦੋਂ ਉਹਦੀ ਸੇਵਾ 'ਚ, ਉਹਦੀ ਬੰਦਗੀ 'ਚ ਜੁੜੇਗਾ, ਉਹਦੀ ਰਹਿਮਤ ਤੇਰੇ ਤੇ ਹੋਏਗੀ। ਫਿਰ ਇਸ ਮਾਇਆ ਨੂੰ ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਤੁਝੇ ਨਾ ਲਾਗੈ ਤਾਤਾ ਝੋਲਾ। ਫਿਰ ਕਹਿੰਦੇ ਤੈਨੂੰ ਇਸ ਮਾਇਆ ਦੀ ਤੱਤੀ ਹਵਾ ਤੱਕ ਨਹੀਂ ਲੱਗੇਗੀ, ਜੇਕਰ ਤੂੰ ਪ੍ਰਮਾਤਮਾ ਦੇ ਨਾਮ ਦਾ ਸਹਾਰਾ ਲੈ ਲਏਗਾ, ਗੁਰੂ ਦੇ ਸ਼ਬਦ ਦਾ ਸਹਾਰਾ ਲੈ ਲਏਗਾ। ਤੇ ਜਿਸ ਨੇ ਇਹ ਸਹਾਰਾ ਲੈ ਲਿਆ, ਫਿਰ ਕਬੀਰ ਸਾਹਿਬ ਕਹਿੰਦੇ ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭ ਹੈ ਉਡਾਨੀ ਭ੍ਰਮ ਕੀ ਟਾਟੀ, ਰਹਿ ਨਾ ਮਾਇਆ ਬਾਂਦੀ। ਫਿਰ ਉਹਦੇ ਅੰਦਰ ਨਾ ਗਿਆਨ ਦੀ ਹਨੇਰੀ ਆ ਜਾਂਦੀ ਹੈ ਜੀ। ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਚਲਾ ਜਾਂਦਾ, ਉਹਨੂੰ ਸਮਝ ਲੱਗ ਜਾਂਦੀ, ਇਹਦੀ ਅਸਲੀਅਤ ਦਾ ਪਤਾ ਲੱਗ ਜਾਂਦਾ, ਜਾਂ ਏਦਾਂ ਕਹਿ ਲਈਏ ਕਿ ਇਸ ਮਾਇਆ ਦਾ ਟਰੂ ਫੇਸ ਉਹਦੇ ਸਾਹਮਣੇ ਆ ਜਾਂਦਾ ਹੈ। ਤੇ ਫਿਰ ਹੁੰਦਾ ਕੀ ਹੈ, ਗਿਆਨ ਦੀ ਹਨੇਰੀ ਚੱਲਦੀ ਹੈ। ਉਸ ਹਨੇਰੀ ਤੋਂ ਬਾਅਦ ਕੀ ਹੋਏਗਾ, ਨਾਰਮਲੀ ਹੈ ਨਾ ਜੀ, ਹਨੇਰੀ ਤੇਜ਼ ਹਵਾ ਚੱਲੇ ਤੇ ਮੀਂਹ ਪੈਂਦਾ ਹੈ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭ ਹੈ ਉਡਾਨੀ ਭ੍ਰਮ ਕੀ ਟਾਟੀ, ਰਹਿ ਨਾ ਮਾਇਆ ਬਾਂਦੀ। ਦੁਚਿੱਤੇ ਕੀ ਦੋਇ ਥੂਨ ਗਿਰਾਨੀ, ਮੋਹ ਬਲੇਂਡਾ ਟੂਟਾ, ਤਿਸ਼ਨਾ ਸ਼ਾਨ ਪਰੀ ਧਰ ਉਪਰ, ਦੁਰਮਤ ਭਾਂਡਾ ਫੂਟਾ। ਆਂਦੀ ਪਾਸ਼ਾ ਜੋ ਜਲ ਬਰਖੈ, ਤਿਹ ਤੇਰਾ ਜਨ ਭੀਨਾ। ਕਬੀਰ ਸਾਹਿਬ ਕਹਿੰਦੇ ਜਦੋਂ ਮੀਂਹ ਹਨੇਰੀ ਤੋਂ ਬਾਅਦ ਮੀਂਹ ਪਏਗਾ, ਤੇ ਮੀਂਹ ਪੈਣ ਦੇ ਨਾਲ ਕੀ ਹੋਏਗਾ ਜੀ,
ਇੱਕ ਐਗਜ਼ਾਮਪਲ ਦਿੱਤੀ ਉਹਨਾਂ ਨੇ, ਇੱਕ ਬੜੀ ਪਿਆਰੀ ਬੈਕਗਰਾਉਂਡ ਤਿਆਰ ਕਰਕੇ ਸਮਝਾਇਆ ਤਰੀਕੇ ਦੇ ਨਾਲ ਕਬੀਰ ਸਾਹਿਬ ਨੇ ਕਿ ਇੱਕ ਬੰਦਾ ਜਿਹੜਾ ਇੱਕ ਕੱਚੇ ਘਰ ਦੇ ਵਿੱਚ, ਲੱਕੜ ਦੇ ਘਰ ਦੇ ਵਿੱਚ ਰਹਿੰਦਾ ਪਿਆ ਹੈ, ਤੇਜ਼ ਹਵਾ ਨੇ ਕੀ ਕੀਤਾ ਜੀ, ਉਹਦੀ ਛੱਤ ਉਡਾ ਦਿੱਤੀ, ਉਹਦੀਆਂ ਜਿਹੜੇ ਲੱਕੜ ਦੀਆਂ ਘਰ ਦੀਆਂ ਕੰਧਾਂ ਸੀ ਉਹ ਉਡਾ ਦਿੱਤੀਆਂ, ਹਾਂਜੀ, ਅੰਦਰ ਪਿੱਲਰ ਸੀ ਉਹ ਵੀ ਟੁੱਟ ਗਿਆ, ਸਭ ਕੁਝ। ਹੁਣ ਜਿਹੜੇ ਘਰ ਦੇ ਵਿੱਚ ਪਹਿਲਾਂ ਬੈਠਾ ਸੀ ਉਹ ਘਰ ਹੀ ਟੁੱਟ ਚੁੱਕਾ ਹੈ। ਤੇ ਕਬੀਰ ਸਾਹਿਬ ਕਹਿੰਦੇ ਬਿਲਕੁਲ ਇਨਸਾਨ ਦੇ ਅੰਦਰ ਵੀ ਇਸ ਮਾਇਆ ਨੇ ਆਪਣਾ ਇੱਕ ਘਰ ਬਣਾਇਆ ਹੋਇਆ ਹੈ, ਤ੍ਰਿਸ਼ਨਾ, ਪਿੱਲਰ ਨੇ ਉਹਦੇ ਅੰਦਰ, ਸਭ ਕੁਝ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਸਮਝਾਇਆ। ਕਹਿੰਦੇ ਇਹ ਮਾਇਆ ਦਾ ਘਰ ਬਣਿਆ ਹੋਇਆ ਇਨਸਾਨ ਦੇ ਅੰਦਰ, ਪਰ ਜਦੋਂ ਫਿਰ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਤੇ ਗੁਰੂ ਦੀ ਸ਼ਰਨ ਦੇ ਵਿੱਚ ਆਣ ਕੇ ਜਦੋਂ ਗੁਰੂ ਦੇ ਉਪਦੇਸ਼ ਨਾਲ ਜੁੜਦਾ ਹੈ ਤੇ ਫਿਰ ਇਹ ਗਿਆਨ ਦੀ ਹਨੇਰੀ ਆਉਂਦੀ ਹੈ। ਪਹਿਲਾਂ ਉਸ ਗਿਆਨ ਦੀ ਹਨੇਰੀ ਦੇ ਨਾਲ ਮਾਇਆ ਦਾ ਘਰ ਟੁੱਟ ਜਾਂਦਾ ਹੈ, ਫਿਰ ਪ੍ਰਮਾਤਮਾ ਦੇ ਨਾਮ ਜਲ ਦੀ ਵਰਖਾ ਹੁੰਦੀ ਹੈ, ਉਸ ਨਾਮ ਜਲ ਦੇ ਵਿੱਚ ਜਿਹੜਾ ਉਹ ਗੁਰਮੁਖ ਜਨ ਹੈ ਉਹ ਭਿੱਜ ਜਾਂਦਾ ਹੈ, ਤੇ ਜਿਹੜਾ ਭਿੱਜ ਗਿਆ ਇਹਦਾ ਮਤਲਬ ਹੈ ਕਿ ਉਸਨੇ ਇਸ ਮਾਇਆ ਨੂੰ ਜਿੱਤ ਲਿਆ। ਆਂਦੀ ਪਾਸ਼ੇ ਜੋ ਜਲ ਵਰਖਾ ਤਹਿ ਤੇਰਾ ਜਨ ਪੀਣਾ, ਜਿਹੜਾ ਭਿੱਜ ਗਿਆ ਜੀ ਇਸ ਨਾਮ ਜਲ ਦੇ ਵਿੱਚ, ਉਹ ਇਸ ਮਾਇਆ ਨੂੰ ਜਿੱਤ ਲੈਂਦਾ ਹੈ। ਗੁਰੂ ਸਾਹਿਬ ਦਾ ਇੱਕ ਬਚਨ ਕਹਿ ਕੇ ਮੈਂ ਆਪਣੇ ਇਸ ਜਵਾਬ ਨੂੰ ਕੰਪਲੀਟ ਕਰਾਂਗਾ ਜੀ। ਗੁਰੂ ਨਾਨਕ ਸਾਹਿਬ ਦਾ ਜੀ ਸ਼ਲੋਕ 12 ਤੇ ਵਧੇਕ ਦੇ ਵਿੱਚ ਬੜਾ ਪਿਆਰਾ ਬਚਨ ਜੀ, ਕਹਿੰਦੇ ਇਹ ਸੰਸਾਰ ਇੱਕ ਸਮੁੰਦਰ ਹੈ, ਇਸ ਸੰਸਾਰ ਸਮੁੰਦਰ ਦੇ ਵਿੱਚ ਚਾਰੇ ਪਾਸਿਓਂ ਜੀ ਤੂਫਾਨ ਆਇਆ ਪਿਆ ਜੀ। ਬਚਨ ਬੜਾ ਪਿਆਰਾ ਜੀ। ਗੁਰੂ ਸਾਹਿਬ ਕਹਿੰਦੇ ਝੜ ਝੱਖੜ ਉਹਾੜ ਲਹਿਰੀ ਵਹਿਣ ਲਖੇਸਰੀ, ਸਤਿਗੁਰ ਸਿਉ ਆਲਾਏ ਬੇੜੇ ਡੁੱਬਣ ਨਾਹੇ ਪਾਓ। ਕਹਿੰਦੇ ਤੂੰ ਗੁਰੂ ਨੂੰ ਯਾਦ ਕਰ ਲੈ, ਤੇਰਾ ਬੇੜਾ ਡੁੱਬੇਗਾ ਹੀ ਨਹੀਂ। ਜੇ ਗੁਰੂ ਤੇਗ ਬਹਾਦਰ ਮਹਾਰਾਜ ਭਾਈ ਮੱਖਣ ਸ਼ਾਹ ਲੁਬਾਣੇ ਦੇ ਡੁੱਬਦੇ ਬੇੜ ਨੂੰ ਪਾਰ ਲਗਾ ਸਕਦਾ, ਤੇ ਜੇਕਰ ਤੂੰ ਗੁਰੂ ਨੂੰ ਪੁਕਾਰ ਲੈ ਤੇ ਇਸ ਮਾਇਆ ਦੇ ਤੂਫਾਨ ਦੇ ਵਿੱਚ ਡੋਲਦਾ ਤੇਰਾ ਜਿਹੜਾ ਜ਼ਿੰਦਗੀ ਦਾ ਬੇੜਾ ਹੈ ਨਾ, ਗੁਰੂ ਇਹਨੂੰ ਵੀ ਬੰਨੇ ਲਗਾ ਦੇਵੇਗਾ। ਹਾਂਜੀ ਜੀ, ਬਿਲਕੁਲ, ਥੈਂਕ ਯੂ ਜੀ, ਨਾਈਸਲੀ ਐਕਸਪਲੇਨ ਕੀਤਾ ਤੁਸੀਂ। ਬਿਲਕੁਲ, ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਜਿਹੜਾ ਤਿਆਰ ਕਰ ਦਿੱਤਾ ਨਾ ਕਿ ਮਨੁੱਖ ਤੂੰ ਮਾਇਆ ਦੇ ਉੱਤੇ ਕਿੱਦਾਂ ਜਿੱਤ ਪ੍ਰਾਪਤ ਕਰਨੀ ਆ। ਕਿਉਂਕਿ ਜਦੋਂ ਅਸੀਂ ਆਪਣੇ ਮਨ ਦੇ ਖਿਆਲਾਤ ਲੈ ਕੇ ਇਸ ਜ਼ਿੰਦਗੀ ਨੂੰ ਅੱਗੇ ਲੈ ਕੇ ਚੱਲਾਂਗੇ ਨਾ, ਤੇ ਸਾਧ ਸੰਗਤ ਜੀ ਬਾਣੀ ਕਹਿੰਦੀ ਅਸੀਂ ਹਾਰ ਜਾਵਾਂਗੇ, ਮਨਮੁਖ ਬਾਜੀ ਹਾਰੀ ਜੀਓ। ਪਰ ਜਦੋਂ ਅਸੀਂ ਜਿੱਤਣਾ ਆ ਕਿਸੇ ਵੀ ਚੀਜ਼ ਨੂੰ, ਜ਼ਿੰਦਗੀ ਵਿੱਚ ਅਸੀਂ ਸਫਲਤਾ ਪ੍ਰਾਪਤ ਕਰਨੀ ਆ, ਅਚੀਵਮੈਂਟ ਕਰਨੀ ਆ, ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਆ, ਮਾਇਆ ਦੀ ਜਿੱਤ ਪ੍ਰਾਪਤ ਕਰਨੀ ਆ, ਸਾਧ ਸੰਗਤ ਜੀ ਸਾਨੂੰ ਗੁਰੂ ਦੀ ਗੱਲ ਨੂੰ ਜਿਹੜਾ ਆ ਉਹ ਮੰਨਣਾ ਪਵੇਗਾ। ਜੋ ਗੁਰ ਕਹੈ ਸੋਈ ਭਲ ਮੰਨ, ਉਹਦੀ ਗੱਲ ਨੂੰ ਭਲਾ ਕਰਕੇ ਮੰਨਣਾ ਪਵੇਗਾ। ਆਪਣੇ ਹੱਥਾਂ ਰਾਹੀਂ ਕਾਰਜ ਕਰਨੇ ਪੈਣਗੇ। ਏਦਾਂ ਦਾ ਕੰਮ ਨਹੀਂ ਕਰਨਾ ਪੈਣਾ ਜਿਹਦੇ ਨਾਲ ਜਿਹੜਾ ਆ ਸਾਨੂੰ ਚਿੰਤਾ ਹੋਵੇ, ਅਸੀਂ ਪਿੱਛੇ ਰਹਿ ਜਾਈਏ, ਸਾਨੂੰ ਪਰੇਸ਼ਾਨੀਆਂ ਆਉਣ। ਬਾਬਾ ਕਹਿੰਦਾ ਐਸਾ ਕੰਮ ਮੁੱਲ ਨਾ ਕੀਚੈ ਜਿਤ ਅੰਤ ਪਛਤਾਈਐ। ਕਿਉਂਕਿ ਇਹ ਤੇ ਐਕਸੈਪਟ ਕਰਨਾ ਪਵੇਗਾ ਕਿ ਕਿਤੇ ਨਾ ਕਿਤੇ ਸਾਡੇ 'ਚ ਕਮੀ ਰਹਿ ਜਾਂਦੀ ਹੈ ਜਦੋਂ ਮਾਇਆ ਸਾਡੇ ਤੇ ਪ੍ਰਭਾਵ ਪਾਉਂਦੀ ਹੈ। ਸਿੱਖਾਂ ਮੈਂ ਚੂਕ, ਗੁਰੂ ਪਾਤਸ਼ਾਹ ਕਹਿੰਦੇ ਵੀ ਹੁਣ ਗੁਰੂ ਸੱਚਾ ਕੀ ਕਰੇ, ਸ਼ਬਦ ਤਾਂ ਸਾਡੇ ਕੋਲ ਹੈ, ਪਰ ਸਾਡੀ ਕਿਤੇ ਨਾ ਕਿਤੇ ਜਿਹੜੀ ਹੈ ਨਾ ਉਹ ਆਪਣੀ ਗਲਤੀ ਹੈ, ਉਹਨੂੰ ਐਕਸੈਪਟ ਕਰਨਾ ਪਵੇਗਾ। ਪਰ ਮਾਇਆ ਤੇ ਜਿੱਤ ਪ੍ਰਾਪਤ ਹੋਵੇਗੀ ਜਦੋਂ ਅਸੀਂ ਉਸ ਪ੍ਰਮਾਤਮਾ ਨੂੰ ਹਮੇਸ਼ਾ ਆਪਣੀ ਕਾਰਜ ਵਿੱਚ ਵੀ ਰੱਖਾਂਗੇ, ਚੇਤੇ ਵਿੱਚ ਵੀ ਰੱਖਾਂਗੇ। ਸੋ ਹੁਣ ਸਮਾਂ ਹੈ ਜੀ ਗਿਆਨੀ ਜੀ ਦਾ ਧੰਨਵਾਦ ਕਰਨ ਦਾ। ਸੋ ਹਰਦੀਪ ਭੈਣ ਜੀ ਪਲੀਜ਼ ਤੁਸੀਂ ਅਨਮਿਊਟ ਕਰੋ ਜੀ। ਸੁਣਦਾ ਪਿਆ ਜੀ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਸਿੱਖ ਸੈਂਟਰਲ ਸਿੱਖ ਗੁਰਦੁਆਰਾ ਬੋਰਡ ਸਿੰਗਾਪੁਰ ਵੱਲੋਂ ਸਮੁੱਚੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਗੁਰੂ ਸ਼ਬਦ ਨਾਲ ਜੁੜਨ ਲਈ ਹਾਜ਼ਰ ਹੋਏ ਹਨ। ਇਸ ਸੰਵਾਦ ਲਈ ਗਿਆਨੀ ਕੁਲਦੀਪ ਸਿੰਘ ਜੀ ਵੇਰਕਾ ਨੇ ਹਾਜ਼ਰ ਹੋ ਕੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ। ਅਸੀਂ ਗਿਆਨੀ ਜੀ ਦਾ ਅਤੇ ਸਾਰੀ ਸ੍ਰੀ ਗੁਰੂ ਨਾਨਕ ਸਤਸੰਗ ਸਭਾ ਦੀ ਕਮੇਟੀ ਦੇ ਅਤਿ ਧੰਨਵਾਦੀ ਹਾਂ। ਆਪ ਜੀ ਗਿਆਨੀ ਕੁਲਦੀਪ ਸਿੰਘ ਜੀ ਇਸੇ ਤਰ੍ਹਾਂ ਸਾਡੇ ਨਾਲ ਅਗਲੇ ਸੰਵਾਦ ਵਿੱਚ ਵੀ ਜੁੜਨ ਲਈ ਖੇਚਲ ਕਰਨੀ ਜੀ। ਤੇ ਮੇਰੇ ਲਈ ਜੋ ਮੈਂ ਕਹਿਣਾ ਚਾਹੁੰਦੀ ਹਾਂ, ਤੁਸੀਂ ਬਹੁਤ ਸੋਹਣੀ ਮਿਸਾਲ ਦੇ ਕੇ ਇਸ ਵਿਸ਼ੇ ਨੂੰ ਸਮਝਾਇਆ ਅਤੇ ਚਾਨਣ ਪਾਇਆ। ਤੇ ਸ਼ੁਰੂਆਤ ਵਿੱਚ ਤੁਸੀਂ ਕਿਹਾ ਸੀ ਜੇ ਵਾਹਿਗੁਰੂ ਨੂੰ ਭੁੱਲ ਗਏ ਤਾਂ ਜੋ ਵੀ ਹੈ ਸਾਡੇ ਕੋਲ ਉਹ ਮਾਇਆ ਹੈ। ਇਹ ਮੇਰੇ ਤੇ ਬਹੁਤ ਪ੍ਰਭਾਵ ਪਿਆ। ਇਸ ਸੰਵਾਦ ਵਿੱਚ ਸਾਨੂੰ ਸੰਗਤਾਂ ਵੱਲੋਂ ਬਹੁਤ ਸਾਰੇ ਮਾਇਆ ਦੇ ਸੰਬੰਧ ਨਾਲ ਪ੍ਰਸ਼ਨ ਪ੍ਰਾਪਤ ਹੋਏ ਸਨ, ਜਿਨ੍ਹਾਂ ਦੀ ਵਿਚਾਰ ਗਿਆਨੀ ਜੀ
ਨਾਲ ਸਾਂਝੀ ਕੀਤੀ ਗਈ ਸੀ। ਅਸੀਂ ਡਾਕਟਰ ਕੁਲਦੀਪ ਕੌਰ ਅਤੇ ਮਨਜੀਤ ਕੌਰ ਦਾ ਵੀ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਚੰਗੇ ਸੁਝਾਅ ਦੇ ਕੇ ਇਸ ਸੰਵਾਦ ਨੂੰ ਸੋਹਣਾ ਬਣਾਇਆ। ਅਖੀਰ ਵਿੱਚ ਸਭ ਤੋਂ ਜ਼ਿਆਦਾ ਧੰਨਵਾਦ ਦੇ ਹੱਕਦਾਰ ਹਨ ਸਾਡੇ ਸਿੱਖੀ ਪ੍ਰਚਾਰ ਅਕੈਡਮੀ ਦੇ ਲੈਕਚਰਰ ਡਾਕਟਰ ਜਸਵਿੰਦਰ ਸਿੰਘ ਜੀ, ਜਿਨ੍ਹਾਂ ਨੇ ਇਸ ਵਰਚੁਅਲ ਸੰਵਾਦ ਨੂੰ ਚੰਗੇ ਤਰੀਕੇ ਨਾਲ ਪ੍ਰਬੰਧ ਕੀਤਾ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਦੀਪ ਭੈਣ ਜੀ, ਥੈਂਕ ਯੂ ਜੀ। ਹਰਦੀਪ ਭੈਣ ਜੀ ਸਿੱਖ ਸੈਂਟਰ ਦੇ ਵਿੱਚ ਚੇਅਰਪਰਸਨ ਵਜੋਂ ਸੇਵਾਵਾਂ ਨਿਭਾ ਰਹੇ ਨੇ ਜੀ। ਇਹ ਸਾਰਾ ਜੋ ਕੁਝ ਅਸੀਂ ਕਰ ਰਹੇ ਹਾਂ ਆਪ ਜੀ ਨਾਲ, ਤੇ ਇਹ ਸਾਰੀ ਇਹਨਾਂ ਦੀ ਅਗਵਾਈ ਦੇ ਨਾਲ, ਟੀਮ ਵਰਕ ਦੇ ਨਾਲ ਅਸੀਂ ਸਾਰਾ ਕਰ ਰਹੇ ਹਾਂ ਜੀ। ਸੋ ਥੈਂਕ ਯੂ ਹਰਦੀਪ ਭੈਣ ਜੀ। ਡਾਕਟਰ ਕੁਲਦੀਪ ਸਿੰਘ ਵੇਰਕਾ ਜੀ, ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਤੇ ਤੁਸੀਂ ਆਪ ਹਮੇਸ਼ਾ, ਅਸੀਂ ਜਦੋਂ ਵੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਨਾ, ਤੁਸੀਂ ਹਮੇਸ਼ਾ ਇੱਕੋ ਗੱਲ ਕਹਿੰਦੇ ਹੋ ਕਿ ਆਈ ਐਮ ਰੈਡੀ। ਤੇ ਸਾਨੂੰ ਖੁਸ਼ੀ ਹੁੰਦੀ ਆ ਕਿ ਨੈਕਸਟ ਟਾਈਮ ਵੀ ਜਦੋਂ ਅਸੀਂ ਆਪ ਜੀ ਨੂੰ ਬੇਨਤੀ ਕਰਾਂਗੇ ਤੇ ਤੁਸੀਂ ਹਮੇਸ਼ਾ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਸਾਡੇ ਕੋਲ ਹਾਜ਼ਰ ਹੋਵੋਗੇ। ਸੋ ਸਾਧ ਸੰਗਤ ਜੀ, ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ, ਕਿਉਂਕਿ ਇਹ ਜੋ ਸੈਸ਼ਨ ਸੀ ਤੁਹਾਡੇ ਤੋਂ ਬਿਨਾਂ ਅਧੂਰਾ ਸੀ, ਇਹ ਕੰਪਲੀਟ ਨਹੀਂ ਸੀ ਹੋਣਾ। ਤੁਸੀਂ ਆਪ ਜੀ ਸਮਾਂ ਕੱਢ ਕੇ ਇਸ ਸੈਸ਼ਨ ਦੇ ਵਿੱਚ ਪਹੁੰਚੇ ਹੋ। ਪ੍ਰਮਾਤਮਾ ਹਮੇਸ਼ਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਪਰਿਵਾਰ ਨੂੰ ਤੰਦਰੁਸਤੀ ਬਖਸ਼ਿਸ਼ ਕਰੇ। ਸੋ ਸਾਧ ਸੰਗਤ ਜੀ, ਕਾਫੀ ਪ੍ਰਸ਼ਨ ਵੀ ਆਏ ਨੇ, ਪਰ ਸਮਾਂ ਜਿਹੜਾ ਹੈ ਸਾਨੂੰ ਅਲਾਉ ਨਹੀਂ ਕਰਦਾ। ਤੇ ਅਸੀਂ ਨੈਕਸਟ ਸੈਸ਼ਨ ਵਿੱਚ ਕੋਸ਼ਿਸ਼ ਕਰਾਂਗੇ ਗਿਆਨੀ ਜੀ ਨੂੰ ਦੁਬਾਰਾ ਬੁਲਾਈਏ। ਜੋ ਮਾਇਆ ਦਾ ਜਿਹੜਾ ਨੈਕਸਟ ਸਾਡਾ ਸੈਸ਼ਨ ਹੋਵੇਗਾ, ਉਹਦੇ ਵਿੱਚ ਅਸੀਂ ਉਹਨਾਂ ਪ੍ਰਸ਼ਨਾਂ ਨੂੰ ਹੋਰ ਸ਼ਾਮਲ ਕਰਾਂਗੇ। ਸੋ ਥੈਂਕ ਯੂ ਸੋ ਮਚ ਜੀ। ਹੁਣ ਮੈਂ ਆਪ ਜੀ ਨੂੰ ਅਨਮਿਊਟ ਕਰਾਂਗਾ। ਅਸੀਂ ਸੰਗਤੀ ਰੂਪ ਸਾਧ ਸੰਗਤ ਜੀ ਸਾਰੇ ਫਤਿਹ ਬੁਲਾਵਾਂਗੇ ਜੀ, ਕਿਉਂਕਿ ਬਾਬੇ ਦੀ ਬਾਣੀ ਵੀ ਆਖਦੀ ਹੈ, ਸਿੱਖ ਇਤਿਹਾਸ ਵਿੱਚ ਵੀ ਸਾਨੂੰ ਉਦਾਹਰਨਾਂ ਮਿਲਦੀਆਂ ਨੇ ਵੀ ਜਿਹਦੀ ਜ਼ਬਾਨ ਤੇ ਫਤਿਹ, ਉਹਦੀ ਜਹਾਨ ਤੇ ਫਤਿਹ। ਅਸੀਂ ਜਿੱਥੇ ਵੀ ਬੈਠੇ ਹਾਂ ਸਾਧ ਸੰਗਤ ਜੀ, ਅਸੀਂ ਫਤਿਹ ਬੁਲਾਵਾਂਗੇ ਜੀ। ਆਪ ਜੀ ਆਪਣੇ ਤਰਫ ਤੋਂ ਅਨਮਿਊਟ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। Thank you, Vaidya Sasa. Thank you so much. Thank you much. Thank you sir, thank you ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਜੀ।